ਅਮਰਦਾਸ ਜੀ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਰੇ ਅਰਜਨ Sri Har Gobind Shubh Sumat Sri Har Namo Sri Har Krishna ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਬੰਦੋਂ ਬਾਰ ਜਿਸ ਮੈਂ ਅੰਮ੍ਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਅਸਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਈ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਈ। ਅਸਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਵਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਆਪ ਤਿਆਗ ਬਿਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ ਸੇ ਵਿਛੁੜ ਕਤਹਿ ਨਾ ਜਾਏ। ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ। ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਏ। ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ
ਪਿਆਰੀ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਸਤਿਗੁਰਾਂ ਨੇ ਭਲਾ ਉਦਮ ਬਖਸ਼ਿਆ। ਆਪ ਗੁਰੂ ਸੰਗਤਾਂ ਤੇ ਵੱਡਾ ਤਰਸ ਕੀਤਾ ਹੈ। ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇਗੀ। ਮਹਾਰਾਜ ਹੈਗੇ ਤੇ ਅਸੀਂ ਨੀਚ ਹਾਂ। ਥੋੜਾ ਥੋੜਾ ਨਾਲ ਨੂੰ ਹੋ ਜਾਓ ਸੰਗਤ ਜੀ। ਗੁਰੂ ਸੰਗਤਾਂ ਬਥੇਰੀਆਂ, ਗੁਰੂ ਦੀ ਫੌਜ ਬਹਿ ਜਾਵੇ, ਜਿੰਨੀ ਵੀ ਜਗ੍ਹਾ ਉਨੀ ਕਰ ਲਓ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਵੱਡਾ ਤਰਸ ਹੋਇਆ। ਇਹ ਸਾਰੀਆਂ ਰੂਹਾਂ ਬਖਸ਼ੀਆਂ ਹੋਈਆਂ, ਬਖਸ਼ੀਆਂ ਰੂਹਾਂ ਨੂੰ ਗੁਰੂ ਬੁਲਾਉਂਦਾ ਤੇ ਆਪਾਂ ਬਖਸ਼ੀਆਂ 'ਚ ਬਹਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮੰਜੀ ਸਾਹਿਬ ਬੈਠੇ ਸਨ ਤੇ ਕਿਸੇ ਜਗਿਆਸੂ ਨੇ ਆਖਿਆ, ਮਹਾਰਾਜ ਜਿਹੜੇ ਬਖਸ਼ੇ ਹੋਏ ਆ ਨਾ, ਉਹਨਾਂ ਨੂੰ ਮਿਲਣਾ ਹੋਵੇ ਤੇ ਕਿੱਥੇ ਮਿਲਣਗੇ? ਜਿਹੜੇ ਬਖਸ਼ੇ ਹੋਏ ਆ ਉਹਨਾਂ ਨੂੰ ਮਿਲਣਾ ਤੇ ਕਿੱਥੇ ਮਿਲਣਗੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਕੋਲ ਤੇ ਬੈਠੇ ਆ। ਕਹਿੰਦੇ ਜੀ ਮਹਾਰਾਜ ਕਿੱਥੇ? ਮਹਾਰਾਜ ਕਹਿੰਦੇ ਹਾਂ ਕੁਰਬਾਨ ਜਾਈ ਤੇਰੇ ਨਾਵੇ, ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੀ, ਸੋ ਜਸ ਤੇਰਾ ਗਾਵੇ। ਕਹਿੰਦੇ ਜਿੰਨਾ ਚਿਰ ਉਹਦੀ ਬਖਸ਼ਿਸ਼ ਨਹੀਂ, ਮੰਜੇ ਤੋਂ ਪੈਰ ਨਹੀਂ ਉਤਰਦਾ, ਤੇ ਇਸ਼ਨਾਨ ਕਰਕੇ ਸੰਗਤ ਵਿੱਚ ਆਉਣਾ ਮੁਸ਼ਕਲ ਨਹੀਂ, ਨਾਮੁਮਕਿਨ ਹੈ। ਤੁਮਾਰੇ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ। ਕਹਿੰਦੇ ਆ ਜਿੰਨੇ ਬਖਸ਼ੇ ਆ, ਕਿਉਂਕਿ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ। ਅੱਜ ਅੱਸੂ ਦਾ ਮਹੀਨਾ ਆਰੰਭ ਹੋਇਆ। ਆਪਾਂ ਕਰਮਾਂ ਵਾਲੇ ਆ। ਕਿਸੇ ਦਾ ਹਸਪਤਾਲ 'ਚ ਆਰੰਭ ਹੋਇਆ, ਕੋਈ ਸਵੇਰ ਦਾ ਕਚਹਿਰੀ ਬੈਠਾ, ਕੋਈ ਥਾਣੇ, ਕਿਸੇ ਦੇ ਘਰ ਮਰਗ ਹੋ ਗਈ, ਕਿਸੇ ਦੇ ਘਰ ਕਲੇਸ਼ ਪਿਆ ਤੜਕੇ ਦਾ। ਮਹਾਰਾਜ ਜੀ ਸਾਹਿਬ ਜੀ ਦਾ ਸ਼ੁਕਰ ਹੈ। ਧੰਨ ਸੋ ਵੇਲਾ ਘੜੀ, ਧੰਨ ਧੰਨ ਮੂਰਤ ਬਲਸਾਰ, ਧੰਨ ਸੋ ਦਿਨਸ ਸੰਜੋਗੜਾ, ਜਿਤ ਬਿਠਾ ਗੁਰ ਦਰਸਾਰ। ਮਹਾਰਾਜ ਤੇਰੇ ਦਰਸ਼ਨ ਹੋ ਰਹੇ ਆ। ਆਓ ਸਾਰੀ ਸੰਗਤ ਥੋੜਾ ਸਮਾਂ ਜੁੜਿਓ, ਫਿਰ ਮੁੱਖ ਵਾਕ ਮਹਾਰਾਜ ਜੀ ਦੇ ਅੱਜ ਦੇ ਫਿਰ ਲੜੀਵਾਰ ਇਤਿਹਾਸ। ਸਾਰੀਆਂ ਸੰਗਤਾਂ ਕੋ ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਵਾਹਿਗੁਰੂ 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 ਤੇਰਾ ਸਭ ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ,
ਤੇਰਾ ਸਭ ਸਦਕਾ। ਤੇਰੀ ਸਭ ਰਚਨਾ, 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 ਤੇਰੀ ਸਭ ਰਚਨਾ। ਤੇਰਾ ਸਭ ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇਰਾ ਸਭ ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ। ਤੇਰੀ ਸਭ ਰਚਨਾ, ਤੇਰੀ ਸਭ ਰਚਨਾ, ਤੇਰੀ ਸਭ ਰਚਨਾ, ਤੇਰੀ ਸਭ ਰਚਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੋਤੀ ਸਰੂਪ ਜਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਗੁਰੂ ਅਰਜਨ ਸਾਹਿਬ ਜੀ ਪਿਤਾ ਜੀ ਪੁੱਛਿਆ ਸੀ, ਮਹਾਰਾਜ ਬਖਸ਼ੇ ਹੋਏ ਕਿੱਥੇ ਮਿਲਦੇ ਆ? ਮਹਾਰਾਜ ਕਹਿੰਦੇ ਬਖਸ਼ਿਆ ਹੋਇਆਂ ਨੂੰ ਮਿਲਣਾ ਏ ਜਿੱਥੇ ਸੰਗਤਾਂ ਜਾਪ ਕਰਦੀਆਂ ਉੱਥੇ ਚਲਾ ਜਾਣਾ। ਇਹ ਮੈਂ ਨਹੀਂ ਕਹਿ ਰਿਹਾ, ਤੁਹਾਡੇ 'ਚ ਜਿਹੜੇ ਗੁਰਬਾਣੀ ਪੜ੍ਹਦੇ ਨਾ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹਉ ਕੁਰਬਾਨ ਜਾਈ, ਤੇਰੇ ਨਾਮ ਤੋਂ ਸਾਰੇ ਹੀ ਕੁਰਬਾਨ ਜਾਂਦੇ, 33 ਕਰੋੜ ਦੇਵੀ ਦੇਵਤਾ। ਗਾਵਨ ਤੁਧ ਨੂੰ ਪਾਉਣ ਪਾਣੀ ਬਸੰਤਰ। ਜੇ ਬਸੰਤਰ, ਬਸੰਤਰ ਕਿਹਨੂੰ ਕਹਿੰਦੇ ਜੀ? ਅੱਗ ਨੂੰ। ਜੇ ਅੱਗ ਰੱਬ ਦੇ ਹੁਕਮ 'ਚ ਨਾ ਹੋਵੇ ਤੇ ਆਪਾਂ ਨੂੰ ਇੱਥੇ ਢਿੱਡ ਦੇ ਵਿੱਚ ਇਹਨੇ ਸਾੜ ਦੇਣਾ ਸੀ। 9 ਮਹੀਨੇ ਰਹੇ ਇੱਥੇ ਨਾ, ਇਹਨੇ ਸਾੜ ਦੇਣਾ ਸੀ ਆਪਾਂ ਨੂੰ। ਹੁਣ ਨਹੀਂ ਬਾਣੀ ਦੀ ਸਮਝ ਆਉਂਦੀ, ਜਦੋਂ ਬਾਅਦ 'ਚ ਪਤਾ ਲੱਗਣਾ। ਮਹਾਰਾਜ ਕਹਿੰਦੇ ਵੀ ਜਦੋਂ ਬੰਦਾ ਚੜ੍ਹਾਈ ਕਰਦਾ ਨਾ, ਅੱਗੇ ਇੱਕ ਪਾਕ ਤੇ ਲਹੂ ਦੀ ਨਦੀ ਆ, ਜਿਹਦੇ ਵਿੱਚ ਦੀ ਆਪਾਂ ਨੂੰ ਧੂ ਕੇ ਲਿਜਾਣਾ। ਤੇ ਤੁਸੀਂ ਪੁੱਛੋ ਬਾਬਾ ਜੀ ਕਿੱਥੇ ਲਿਖਿਆ? ਪੁੱਛੋ ਬਾਬਾ ਜੀ ਕਿੱਥੇ ਲਿਖਿਆ? ਗੁਰੂ ਗ੍ਰੰਥ ਸਾਹਿਬ ਦੀ ਗੋਦੀ 'ਚ ਲਿਖਿਆ, ਆਗੇ ਬਿਮਲ ਨਦੀ ਇੱਕ ਝੀਲਾ ਅਗਨ ਵਿਖ ਝੇਲਾ, ਤਿੱਥੈ ਅਵਰ ਨਾ ਕੋਈ ਜੀਓ ਅਕੇਲਾ। ਕਹਿੰਦੇ ਆ ਚਾਚੀਆਂ ਤਾਈਆਂ ਮਾਸੀਆਂ ਫੁੱਫੜ ਭੂਆ ਕੋਈ ਨਹੀਂ ਨਾਲ, ਉਹ ਤਾਂ ਇਕੱਲਾ ਹੀ ਹੋਣਾ ਤੂੰ ਉੱਥੇ। ਮਹਾਰਾਜ ਦੀ ਬਾਣੀ ਕਹਿੰਦੀ ਹੁਣ ਤੇ ਆਪਾਂ ਇਕੱਲੇ ਬਹਿਦੇ ਨਹੀਂ ਕਿਤੇ। ਇਕੱਲੇ ਵੈਸੇ ਬਹਿਣਾ ਚਾਹੀਦਾ ਜੀ। ਪੁਰਾਣੇ ਬਜ਼ੁਰਗ ਕਿਉਂ ਭਗਤੀ ਕਰਦੇ ਸੀ? ਕਿਉਂਕਿ ਉਹ ਇਕੱਲੇ ਬਹਿ ਜਾਂਦੇ ਸੀ, ਕਿਉਂਕਿ ਉਦੋਂ ਮੋਬਾਈਲ ਨਹੀਂ ਸੀ ਹੈ। ਹੁਣ ਤੇ ਵੈਸੇ ਬੰਦਾ ਇਕੱਲਾ ਹੋਵੇ ਤੇ ਇਹਨੂੰ ਫਟਾਫਟ ਜੇਬ ਚੋਂ ਕੱਢ ਕੇ ਜੁੜਦਾ ਇਹਦੇ ਨਾਲ, ਭਾਵੇਂ 4 ਘੰਟੇ ਬੈਠਾ ਰਹੇ। ਇੱਦਾਂ ਉਂਗਲ ਜੀ ਮਾਰੀ ਜਾਣੀ, ਉਹ ਨਵੀਂ ਚੀਜ਼ ਨਿਕਲੀ ਆਉਂਦੀ, ਭਾਵੇਂ ਰਾਤ ਦੀ ਸਾਰੀ ਰਾਤ ਬਹਿ ਜਾ। ਹੁਣ ਇਸ ਚੀਜ਼ ਨੇ ਨੁਕਸਾਨ ਕੀਤਾ। ਪਹਿਲਾਂ TV ਨਹੀਂ ਸੀ ਹੁੰਦਾ, ਜ਼ਿਆਦਾ ਕੋਈ ਫੇਰਾ ਤੋਰਾ ਨਹੀਂ, ਟਾਈਮ ਹੁੰਦਾ ਸੀ ਇਕੱਲੇ ਰਹਿਣ ਲਈ। ਜਦੋਂ ਬੰਦਾ ਇਕੱਲਾ ਬਹਿੰਦਾ ਕਿਤੇ ਨਾ ਕਿਤੇ ਜੀਅ ਕਰ ਹੀ ਪੈਂਦਾ ਵੀ ਝੱਟ ਜਪ ਹੀ ਲਵਾਂ।
ਹੁਣ ਪੁਰਾਣੀਆਂ ਬੀਬੀਆਂ ਦਾਦੀ ਦੀ ਗੋਦੀ 'ਚ ਮੈਂ ਖੇਡਿਆ, ਚਿੱਟੀ ਨ ਪੜ੍ਹ ਸੀ, ਪਰ ਉਹਦੀ ਮਾਲਾ 24 ਘੰਟੇ ਫਿਰੀ ਜਾਂਦੀ ਸੀ। ਕਿਤੇ ਨਾ ਕਿਤੇ ਉਹ ਚੀਜ਼ਾਂ ਨੇ ਸਾਨੂੰ ਬਚਾਇਆ ਸੀ, ਸਾਡੇ ਘਰਾਂ 'ਚ ਖੁਸ਼ੀਆਂ ਸੀ। ਹੁਣ ਉਹ ਸੱਚ ਜਾਣਿਓ ਪੜ੍ਹਾਈਆਂ ਜ਼ਿਆਦੀਆਂ ਹੋ ਗਈਆਂ, ਨਫ਼ਰਤ ਦੁੱਗਣੀ ਵੱਧ ਗਈ ਤੇ ਬੰਦਾ ਇਕੱਲਾ ਬਹਿੰਦਾ ਨਹੀਂ। ਮਹਾਰਾਜ ਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼। ਦਿਲ ਦੇ ਵਿੱਚ ਤਾਂ ਹੀ ਖੋਜੂ ਜੇ ਇਕੱਲਾ ਹੋਊ। ਮਤਲਬ ਇਕੱਲੇ ਬਹੁ ਨਾ ਤੁਸੀਂ ਕਿਤੇ ਕਮਰਾ ਬੰਦ ਕਰਕੇ ਪਾਠ ਕਰਨ ਲੱਗ ਪਓ, ਤੁਹਾਨੂੰ ਉਹ ਗੱਲਾਂ ਚੇਤੇ ਆਉਣਗੀਆਂ ਜਿਹੜੀਆਂ 20-20 ਸਾਲ ਪਹਿਲਾਂ ਦੀਆਂ, ਇੰਨਾ ਬਾਇਓਗ੍ਰਾਫੀ ਪਿੱਛੇ ਚੱਲ ਜਾਣੀ। ਤੋ ਇਸ ਕਰਕੇ ਅੱਜ ਕਿਉਂ ਨਹੀਂ ਆਪਾਂ ਐਕਟਿਵ ਹੋ ਰਹੇ? ਕਿਉਂਕਿ ਆਪਾਂ ਇਕੱਲੇ ਨਹੀਂ ਹੁੰਦੇ। ਜਾਂ ਤਾਂ ਪਰਿਵਾਰ ਹੁੰਦਾ ਵਾ, ਜਾਂ TV ਹੁੰਦਾ ਵਾ, ਜਾਂ ਮੋਬਾਇਲ ਹੁੰਦਾ, ਜਾਂ ਲੈਪਟਾਪ। ਇਕੱਲੇ ਹੋਣ ਹੀ ਨਹੀਂ ਦਿੰਦੇ ਆਪਣੇ ਆਪ ਨੂੰ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਦਇਆ ਕੀਤੀ। ਮਹਾਰਾਜ ਜੀ ਬਖਸ਼ੇ ਹੋਏ ਕਿੱਥੇ ਮਿਲਦੇ ਆ? ਤੇ ਮਹਾਰਾਜ ਦੀ ਬਾਣੀ ਕਹਿੰਦੀ ਹਉ ਕੁਰਬਾਨ ਜਾਈ ਤੇਰਾ ਨਾਵੇ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਉਹ ਕਹਿੰਦੇ ਜਿੱਥੇ ਸੰਗਤ ਗਾਉਂਦੀ, ਫਿਰ ਸੰਗਤ ਨੇ ਗਾਇਆ ਵਾਹਿਗੁਰੂ ਵਾਹਿ ਵਾਹਿਗੁਰੂ 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 ਉੱਚੀ ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ 'ਚ ਬਹੁਤ ਵੱਡੀ ਤਾਕਤ ਹੈ। ਉੱਥੇ ਮਹਾਰਾਜ ਨੂੰ ਇੱਕ ਸਵਾਲ ਹੋਰ ਕਰਤਾ, ਕਹਿੰਦੇ ਜੀ ਵਾਹਿਗੁਰੂ ਕੀ ਆ? ਹਾਂਜੀ ਵਾਹਿਗੁਰੂ ਕੀ ਆ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਟਾਈਮ ਹੈਗਾ ਤੁਹਾਡੇ ਕੋਲ? ਕਹਿੰਦੇ ਜੀ ਹੈਗਾ। ਪਾਤਸ਼ਾਹ ਕਹਿੰਦੇ ਫਿਰ ਬਹਿ ਜਾਓ, ਤੁਹਾਨੂੰ ਇੱਕ ਛੋਟੀ ਜਿਹੀ ਸਾਖੀ ਸੁਣਾਉਣੇ ਜੋ ਸਹਿਸਕ੍ਰਿਤੀ ਦੇ ਵਿੱਚ ਤੁਸੀਂ ਭਿੱਜੇ ਹੋਏ ਜਿਹੜੇ ਸਹਿਜ ਪਾਠ ਕਰਦੇ ਹੋ। ਉੱਥੇ ਮਹਾਰਾਜ ਨੇ ਫਿਰ ਕਥਾ ਸੁਣਾਈ। ਸਾਹਿਬ ਜੀ ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦੇ ਇਹਨੂੰ ਐਵੇਂ ਨਾ ਸਮਝਿਓ, ਇਹ ਮਹਾ ਮੰਤਰਾਂ ਦਾ ਮੰਤਰ ਹੈ, ਗੁਰ ਮੰਤਰ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮੈਂ ਕਰਦਾ ਰਹਿਣਾ ਨਾ, ਮੇਰੀ ਕੋਠੀ, ਮੇਰੇ ਬੱਚੇ, ਮੇਰਾ ਸਰੀਰ, ਮੇਰਾ ਘਰ, ਮੇਰੇ ਪਲਾਟ, ਜਦੋਂ ਵਾਹਿਗੁਰੂ ਜਪੇਗਾ ਤੇ ਫਿਰ ਹਉਮੈ ਖਤਮ ਹੋ ਜਾਊਗੀ। ਫਿਰ ਕਹੇਗਾ ਘਰ ਵੀ ਤੇਰਾ, ਸਰੀਰ ਵੀ ਤੇਰਾ, ਮਾਇਆ ਵੀ ਤੇਰੀ, ਕੱਖ ਨਹੀਂ ਮੇਰਾ, ਫਿਰ ਹੀ ਕਿਹਾ ਜਾਣਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਵੀ ਇੱਕ ਹਿਰਨ ਜੰਗਲ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਸੁੱਤਾ ਪਿਆ, ਉਹਨੂੰ ਸ਼ਿਕਾਰੀ ਨੇ ਚਾਰੇ ਪਾਸਿਓਂ ਘੇਰ ਲਿਆ। ਇਹ ਕਥਾ ਗੁਰੂ ਅਰਜਨ ਸਾਹਿਬ ਨੇ ਆਪ ਸੁਣਾਈ। ਜਦੋਂ ਮਹਾਰਾਜ ਬੋਲਦੇ ਹੋਣਗੇ ਉਹਨਾਂ ਦੀ ਜੀਵ ਵਿੱਚ ਕਿਤਨਾ ਰਸ ਹੋਵੇਗਾ, ਕਿਆ ਆਨੰਦ ਹੋਊਗਾ ਉੱਥੇ ਜਦੋਂ ਆਪ ਸਤਿਗੁਰੂ ਸੁਣਾਉਂਦੇ ਹੋਣਗੇ। ਆਪਾਂ ਤਾਂ ਕੱਚੇ, ਆਪਣੀ ਜੀਵ ਵੀ ਕੱਚੀ ਆ, ਤੇ ਮਹਾਰਾਜ ਤਾਂ ਪੂਰੇ ਸੀ ਨਾ, ਆਪਾਂ ਅਧੂਰੇ ਆ ਸਾਰੇ। ਤੁਮਾਰੇ ਸਾਹਿਬ ਕਹਿੰਦੇ ਉਹ ਮਿਰਗ ਆਪਣੇ ਬੱਚਿਆਂ ਨੂੰ ਬੁੱਕਲ 'ਚ ਲੈ ਕੇ ਸੁੱਤਾ ਤੇ ਸ਼ਿਕਾਰੀ ਨੇ ਘੇਰਾ ਪਾ ਕੇ ਤੇ ਬਿਗਲ ਵਜਾਇਆ।
ਜਦੋਂ ਹਿਰਨ ਨੇ ਅੱਖਾਂ ਖੋਲੀਆਂ ਤੇ ਕੀ ਵੇਖਿਆ, ਇੱਕ ਪਾਸੇ ਜਾਲ ਲੱਗਾ ਪਿਆ। ਇਹ ਸਾਖੀ ਡੂੰਘਾਈ ਹੈ, ਧਿਆਨ ਨਾਲ ਸੁਣਿਓ। ਦੂਜੇ ਪਾਸੇ ਸ਼ਿਕਾਰੀ ਕੁੱਤਾ, ਤੀਜੇ ਪਾਸੇ ਉਹਨੇ ਅੱਗ ਬਾਲਤੀ ਤੇ ਚੌਥੇ ਪਾਸੇ ਆਪ ਖੜੋ ਗਿਆ। ਹੁਣ ਉੱਤਰ, ਦੱਖਣ, ਪੂਰਬ, ਚਾਰੇ ਦਿਸ਼ਾਵਾਂ ਤੋਂ ਘੇਰਾ ਪੈ ਚੁੱਕਾ ਉਸ ਜੀਵ ਨੂੰ। ਹੁਣ ਧਿਆਨ ਦਿਓ, ਕਈ ਵਾਰੀ ਜ਼ਿੰਦਗੀ 'ਚ ਬੰਦੇ ਦੇ ਘਰ ਦੇ ਵਿੱਚ ਇੱਦਾਂ ਦਾ ਸਮਾਂ ਆਉਂਦਾ, ਉਹਨੂੰ ਚਾਰੇ ਪਾਸਿਓਂ ਹਨੇਰਾ ਹੀ ਹਨੇਰਾ ਦਿੰਦਾ। ਤੁਹਾਡੇ ਆਇਆ ਹੋਊ ਕਈਆਂ ਦੇ, ਨਹੀਂ ਤੇ ਗਾਂ ਜ਼ਿੰਦਗੀ ਬੜੀ ਲੰਮੀ ਹੈ। ਅਜੇ ਕਈਆਂ ਦੇ ਵਿਆਹ ਸ਼ਾਦੀਆਂ ਹੋਣੇ, ਬੜੇ ਦਿਨ ਵੇਖਣੇ। ਧਿਆਨ ਨਾਲ ਸੁਣਿਓ, ਜ਼ਿੰਦਗੀ ਵੀ ਇੱਕ ਸੰਘਰਸ਼ ਹੀ ਆ। ਇਹ ਸਾਖੀ ਜੋ ਬਹੁਤ ਕੋਈ ਨਿਕਲਦਾ। ਕਈ ਵਾਰੀ ਬੰਦੇ ਦੇ ਕੋਲ ਕਰਜ਼ਾ ਵੀ ਚੜ੍ਹ ਜਾਂਦਾ, ਜੀ ਬਿਮਾਰ ਪੈ ਜਾਂਦੇ, ਕੋਈ ਸੱਜਣ ਮਿੱਤਰ ਬਾਤ ਨਹੀਂ। ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਨਿੱਕਾ ਜਿਹਾ ਜੀਵ ਘਿਰ ਗਿਆ। ਇਹ ਆਪਾਂ ਵੀ ਤੇ ਘਿਰੇ ਹੀ ਆ ਚਾਰੇ ਪਾਸਿਓਂ ਤੋਂ। ਕੋਈ ਵਿਰਲੇ ਆ ਤੁਹਾਡੇ 'ਚ ਚੰਦ ਹੋਣਗੇ ਜਿਹੜੇ ਸੁਖੀ ਆ, ਨਹੀਂ ਤੇ ਸਭ ਐ ਚੀਕਾਂ ਨਿਕਲੀਆਂ ਪਈਆਂ। ਨਾਨਕ ਦੁਖੀਆ ਸਭ ਸੰਸਾਰ। ਉਤੋਂ ਹੱਸ ਲਈਦਾ, ਕੀ ਕਰੀਏ ਹੁਣ, ਗੁਜ਼ਾਰਾ ਤਾਂ ਕਰਨਾ ਹੀ ਆ, ਹੈ ਨਾ। ਆਖੋ ਵਾਹਿਗੁਰੂ। ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ ਸੰਗਤ ਬੜੇ ਧਿਆਨ ਨਾਲ ਕਥਾ ਸੁਣ ਰਹੀ ਸੀ। ਕਹਿੰਦੇ ਮਹਾਰਾਜ ਫੇਰ ਕੀ ਹੋਇਆ? ਮਹਾਰਾਜ ਵੀ ਹੁੰਗਾਰਾ ਲੈਂਦੇ ਸੀ ਸੰਗਤ ਦਾ। ਆਨੰਦ ਫੇਰ ਹੀ ਆਉਂਦਾ, ਤੁਹਾਨੂੰ ਤਾਂ ਬੁਲਾਈਦਾ ਵੀ ਇੱਧਰ ਨੂੰ ਰਹੋ। ਉਦੋਂ ਤੁਸੀਂ ਬੈਠੇ ਬੈਠੇ ਕਿ ਗਵਾਚ ਜਾਣਾ, ਕਿਸੇ ਨੇ ਇਟਲੀ ਚੱਲ ਜਾਣਾ, ਕਿਸੇ ਨੇ ਜਰਮਨ ਪਹੁੰਚ ਜਾਣਾ, ਕਿਸੇ ਨੇ ਕਨੇਡਾ। ਕਿਉਂਕਿ ਜਿਹੜੀ ਚੀਜ਼ ਆਪਾਂ ਮੰਗਣਾ ਹੈ ਉੱਧਰ ਨੂੰ ਧਿਆਨ ਚੱਲ ਜਾਣਾ। ਕਈਆਂ ਨੇ ਪੁੱਤ ਪੋਤਰੇ ਮੰਗਣੇ, ਉੱਥੇ ਪਹੁੰਚਦੇ ਕਦੋਂ ਦਊ, ਕਦੋਂ ਖਿਡਾਵਾਂਗੇ, ਕਿਹੜਾ ਝੱਗਾ ਪਾਵਾਂਗੇ, ਕਿਹੜੀ ਬਲੈਨ, ਹੈ ਨਾ। ਬੰਦੇ ਦੀ ਸੋਚ ਉੱਧਰ ਨੂੰ ਭਜਦੀ ਆ ਜਿੱਧਰ ਜੋ ਮੰਗਣ ਆਇਆ ਹੋਵੇ। ਤੇ ਮਹਾਰਾਜ ਨੂੰ ਸੰਗਤ ਕਹਿੰਦੀ ਮਹਾਰਾਜ ਫੇਰ ਕੀ ਹੋਇਆ? ਕਿੱਦਾਂ ਸੋਹਣਾ ਸਮਾਂ ਹੋਊ ਜਦੋਂ ਮਹਾਰਾਜ ਤੇ ਬਾਬਾ ਬੁੱਢਾ ਨਾਲ ਪੜ੍ਹਾਉਂਦੇ ਹੋਣਗੇ। ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਅੱਜ ਵੀ ਮਹਿਸੂਸ ਕਰੋ, ਗੁਰੂ ਤਾਂ ਕੋਲ ਹੈ। ਤੇ ਮਹਾਰਾਜ ਕਹਿੰਦੇ ਵੀ ਉਹਨੂੰ ਚਾਰੇ ਪਾਸਿਓਂ ਘੇਰਾ। ਤੇ ਸੰਗਤ ਕਹਿੰਦੀ ਮਹਾਰਾਜ ਫੇਰ? ਕਹਿੰਦੇ ਫੇਰ ਉਹਨੇ ਚਾਰੇ ਪਾਸੇ ਨਿਗਾਹ ਮਾਰੀ ਤੇ ਆਪਣੇ ਬੱਚਿਆਂ ਵੱਲ ਵੇਖਿਆ। ਜਦੋਂ ਉਹਨੂੰ ਕੁਛ ਨਾ ਦਿਸਿਆ ਤੇ ਉਹਨੇ ਨਿੱਕਾ ਜਿਹਾ ਮੂੰਹ ਤਾਂ ਨੂੰ ਕਰਕੇ, ਅੱਗੇ ਵੀ ਉਦੋਂ ਮੈਂ ਜ਼ਿਕਰ ਕੀਤਾ ਸੀ ਵੀ ਆਪਾਂ ਜਦੋਂ ਕਿਸੇ ਨਾਲ ਲੜਦੇ ਆ ਨਾ ਜਾਂ ਕੁਛ ਵੀ ਕਰਦੇ ਤੇ ਆਪਾਂ ਇੱਕੋ ਗੱਲ ਕਹੀਦੀ, ਤੈਨੂੰ ਉੱਪਰ ਵਾਲਾ, ਇਹ ਉੱਪਰ ਕੀ ਹੈ? ਆਕਾਸ਼। ਰੱਬ ਤਾਂ ਨਹੀਂ ਉੱਤੇ। ਇੱਕ ਆਪਾਂ ਹਸਤੀ ਹੈ ਵੀ ਉੱਚਾ ਵਾ ਆਕਾਸ਼ ਤੇ ਰੱਬ ਉੱਚਾ ਵਾ। ਆਪਾਂ ਜਦੋਂ ਕਹੀਦਾ ਨਾ, ਕਹਿੰਦੇ ਦੋ ਬੀਬੀਆਂ ਲੜਨ ਇੱਕ ਦੂਜੇ ਨਾਲ, ਉਹ ਕਹਿੰਦੀ ਤੈਨੂੰ ਰੱਬ ਚੁੱਕੇ, ਦੂਜੀ ਕਹਿੰਦੀ ਮੈਂ ਕਹਿੰਦੀ ਮਹਾਰਾਜ ਕਰੇ ਤੈਨੂੰ ਰੱਬ। ਇੱਕ ਫਕੀਰ ਲਾਗਿਓਂ ਲੰਘਿਆ ਜਾਵੇ, ਕਹਿੰਦਾ ਭੈਣੋ 1 ਮਿੰਟ ਰੁਕ ਜਾਓ। ਕਹਿੰਦਾ ਵੀ ਤੁਸੀਂ ਇੱਕ ਦੂਜੀ ਨੂੰ ਸੀਸਾਂ ਦਿੰਦੀਆਂ ਜੇ ਕਿ ਬਦਦੁਆਈ? ਉਹ ਕਹਿੰਦੇ ਸੀਸਾਂ ਕਾਹਦੀਆਂ, ਬਦਦੁਆਈ ਦੇਂਦਾ ਵੀ ਤੈਨੂੰ ਰੱਬ ਚੁੱਕੇ ਤੈਨੂੰ। ਕਹਿੰਦਾ ਭਲਿਓ ਮਾਨਸੋ, ਮੈਨੂੰ 130 ਸਾਲ ਹੋ ਗਏ ਅੱਲਾ ਅੱਲਾ ਕਰਦੇ ਨੂੰ, ਮੈਨੂੰ ਰੱਬ ਨਹੀਂ ਲੈਣ ਆਇਆ, ਤੁਹਾਨੂੰ ਕਿੱਥੋਂ ਆ ਜਾਊਗਾ? ਰੱਬ ਭਾਗਾਂ ਵਾਲਿਆਂ ਨੂੰ ਲੈਣ ਆਉਂਦਾ, ਸੰਤਾਂ ਮਹਾਂਪੁਰਖਾਂ ਨੂੰ। ਤੇ ਤੁਸੀਂ ਇੱਕ ਦੂਜੀ ਨੂੰ ਦਿੰਦੀਆਂ ਬਦਦੁਆਈ, ਪਰ ਦਈ ਅਸੀਸਾਂ ਜਾਂਦੀਆਂ ਨਹੀਂ। ਤੈਨੂੰ ਰੱਬ ਚੁੱਕੇ। ਰੱਬ ਨਹੀਂ ਛੇਤੀ ਰੱਬ ਦੇ ਮਹਾਂਪੁਰਖਾਂ ਨੂੰ, ਭਾਈ ਪਾਰੋ ਜੀ, ਪਰਮ ਭਾਈ ਲਾਲੋ ਜੀ ਵਰਗਿਆਂ ਨੂੰ ਲਿਜਾਂਦਾ, ਆਪਾਂ ਨੂੰ ਲਿਜਾਣਗੇ ਜਾਵਾਂ, ਫੇਰਨਗੇ ਡੰਡਾ, ਚੀਕਾਂ ਪਾਉਣਗੇ ਆਪਣੀਆਂ। ਬਾਣੀ ਕਹਿੰਦੀ ਆਗੇ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੈ ਅਵਰ ਨਾ ਕੋਈ ਜੀਓ ਅਕੇਲਾ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ਼ਮਾਲਿਆ। ਥਾਉ ਨਾ ਪਾਇਨ ਕੂੜ ਯਾਰ, ਮੂੰਹ ਕਾਲੇ ਦੋ ਜਗ ਚਾਲਿਆ। ਦੇਖੀ ਕਿਦਾਂ ਕਾਲਾ ਮੂੰਹ ਕਰਕੇ ਆਪਾਂ ਨੂੰ ਕੁੱਟ ਪੈਣੀ। ਉਹ ਕਹਿੰਦੀਆਂ ਬੀਬੀਓ ਤੁਸੀਂ ਤਾਂ ਸੀਸਾਂ ਦੇਈ ਜਾਂਦੀਆਂ ਲੜਨ ਦੀ ਬਜਾਏ ਵੀ ਤੈਨੂੰ ਰੱਬ ਚੁੱਕੇ। ਰੱਬ ਭਾਗਾਂ ਵਾਲਿਆਂ ਨੂੰ ਲਿਜਾਂਦਾ ਜੀ, ਸਮਝ ਹੁੰਦੀ ਨਾ। ਤੋ ਖੈਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਨਿੱਕੇ ਜਿਹੇ ਹਰਨ ਨੇ, ਗੱਲ ਚੱਲੀ ਵੀ ਵਾਹਿਗੁਰੂ ਕੀ ਆ। ਆਪਾਂ ਰੋਜ਼ ਜਪਦੇ ਨਾ, ਦੂਰ ਦੁਰੇਡੇ ਤੱਕ ਸੰਗਤਾਂ ਸੁਣ ਰਹੀਆਂ, ਜਿੰਨੀ ਕੁ ਬੁੱਧੀ ਆ। ਗੁਰੂ ਅਰਜਨ ਸਾਹਿਬ ਕਹਿੰਦੇ ਉਸ ਜੀਵ ਨੇ ਉੱਪਰ ਨੂੰ ਮੁੱਖ ਕਰਕੇ 2 ਮਿੰਟ ਸਿਮਰਨ ਕੀਤਾ ਵਾਹਿਗੁਰੂ ਦਾ। ਸ਼ੁਕਰ ਕੀਤਾ ਵੀ ਹੇ ਵਾਹਿਗੁਰੂ, ਮੈਂ ਤੇ ਮੇਰੇ ਬੱਚੇ ਤੇਰੇ ਆ। ਚਲੋ ਚਮਕੌਰ ਸਾਹਿਬ 1 ਮਿੰਟ ਵਾਸਤੇ। ਸ਼ਾਹ ਅੱਲਾ ਯਾਰਖਾਂ ਕਹਿੰਦਾ ਰਾਤ ਦੇ 12 ਵਜੇ ਕਰੀਬ ਭਾਈ ਕਾਠਾ ਸਿੰਘ ਤੇ ਮਦਨ ਸਿੰਘ ਪਹਿਰਾ ਕਰਨ ਦੇ ਚਮਕੌਰ ਦੀ ਗੜੀ ਦਾ। ਤੇ ਕਹਿੰਦੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਨੂੰ ਵੇਖਣ ਗਏ ਤੰਬੂ ਦੇ ਵਿੱਚ। ਤੇ ਕੀ ਵੇਖਿਆ? ਕਹਿੰਦੇ ਜਦੋਂ ਅੰਦਰ ਗਏ ਤੇ ਮੇਰੇ ਪਾਤਸ਼ਾਹ ਮਹਾਰਾਜ 1.5 ਘੜੀ ਰਾਤ ਬੀਤੀ ਜ਼ਿਕਰੇ ਖੁਦਾ ਮੇ।
ਕਹਿੰਦੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਸਤਿਗੁਰੂ ਮਹਾਰਾਜ ਜੀ ਸਿਰ ਝੁਕਾ ਕੇ ਬੈਠੇ ਤੇ ਉਹਨਾਂ ਨੇ ਵੇਖਿਆ ਵੀ ਸਤਿਗੁਰੂ ਖਰੇ ਵਿਰਾਗ ਕਰ ਰਹੇ ਵੀ ਬੱਚੇ ਸ਼ਹੀਦ ਹੋਣੇ, ਘੇਰਾ ਪੈ ਗਿਆ। ਕਹਿੰਦੇ ਜਬ ਦੇਖਾ ਤੋ ਬੈਠੇ हैं गर्दन को झुका कर वाहेगुरु 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 मुख से निकलता था, हे मौला हम भी तेरे हैं, ये शाही भी तेरे हैं, ये बच्चे भी तेरे हैं, हम सब्र करेंगे जब ये भी न होंगे। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਬੈਠੇ ਉੱਥੇ ਗੜੀ 'ਚ ਜਦ ਵਾਹਿਗੁਰੂ ਦਾ ਸਿਮਰਨ ਕਰਨ ਦੇ ਵੀ ਹੇ ਵਾਹਿਗੁਰੂ ਆ ਕੱਲ ਚਲੇ ਜਾएंगे अब्बा को मुसीबत में जकड़ कर, सोए हुए बेटों को बोले गोविंद सिर से जकड़ कर, चले जाओगे कल अब्बा को मुसीबत में जकड़ कर, थे 4 अब 2 हैं, हम सब्र करेंगे जब ये भी ना हो। किदां दा सी बापू अपना 1.5 घड़ी रात बीती जिक्रे खुदा में, खैमे से सतगुर निकले हवा में, तंबू चों बाहर आ गए। रात टिकी सी, सतगुरु ने वेख्या मौत हस रही आकाश दे विच 10 लाख का घेरा पै गया। हजूर पातशाह महाराज ने आसमान वाल नूं वेख्या, तारियां नूं मुखादब हो के पता की कहंदे, कहंदे 1.5 घड़ी रात बिगड़ी बीती जिक्रे खुदा में, खैमे से सतगुर निकले हवा में, टहलते थे कदम। कदी सतगुरु गां नूं जांदे फिर पिछां आ जांदे, टहलते थे कदम मगर दिल था दुआ में, ऐ करतार खुश हूँ तेरी किड्डा वड्डा दिल है मेरे बापू दा। अपने ते बच्चे देशां विदेशां च माया आउंदी तां भी दिल जिहा छड्डी फिरदे रहिंदे एवें ढिल्ला जिहा मुक्कर, जिन्हों पता भी रहना ही कुछ नहीं कल नूं। कहंदे टहलते थे कदम मगर दिल था दुआ में, ऐ करतार खुश हूँ तेरी कहा करतार से गोया रूबरू होकर, कल जाऊंगा चमकौर से सुरखरू होकर। अरदास सिखो जे सिखनी ते कहंदे गुरु अर्जन साहब पातशाह कथा करके कहंदे निक्के जे हरन ने 2 मिनट सिमरन कीता पर रोज करदे आ। ये फल ना जे किसी दिन नूं नोट कर लियो। अज जे आपां किहदे जद संगत बैठी वाहेगुरु वाहेगुरु, ये बहुत वड्डा खजाना तुसीं मित्रों इकट्ठा कर रहे रोज़। अजे नहीं तुहानूं पता लगना इस चीज़ का, फिर लगूगा जो वाहवा ब्याज पै गया ना। मान लो किते बंदे ने पैसे जमा कराए होण FD 50,000 की, तो चेता भुल जे तो अपने आप ही बैंक वाले गांह करी जांदे ना। 10 सालां नूं 20 नूं मान लो अज तुहाडी 50,000 की FD तो चेता भुला लो, 70 सालां नूं जाके बैंक 'च जाओ तो किन्ने बन जाने। तुसीं कहना मैनूं चेता ही नहीं। कईयां दी लाटरी लग जाती कि नहीं, इदां ही अपनी लाटरी लगनी जो किते अखां मीटिंगां जमा हो जाने ना संगत विच जप्पिया होया, ते फिर अगले बंदे जांदियां नूं महाराज कहना आओ बैठ आदर सुध। गुरबाणी कहंदी फिर जी आया कहणगे महाराज, जे पुठे काम कीते होए ते फिर थाओ ना पाएन कूड़िया। तो महाराज सच्चे पातशाह कहंदे उस हिरन ने 2 मिनट सिमरन कीता, वाहिगुरू नूं आख्या बच्चे भी तेरे मैं मेरी रक्षा कर। रब दा खेड वेखो, शिकारी ने तीर छड्डिया, जो शिकारी ने तीर छड्डिया तो पैर ते कीड़े ने दंदी वड़ती, जो दंदी वड्डी तो वह निशाना हिरन की बजाय वो कुत्ते के सिर च जा गया। 2 रस्ते साफ हो गए, शिकारी भी मर गया, कीड़ा जहरीला सी, कुत्ता भी मर गया। इन्ने चिर नूं पूरा चलिया हवा का, उन्हें अग चुक के जिहड़ा जाल विछाया सी उहदे ते जा सुट्टी, वो भी दोवें साफ हो गए। इनू कहंदे ही जदों सतगुरु सिर ते हथ रखण ते बंद होए रस्ते भी खोल के रख। किड्डियां वड्डियां दातां महाराज जी दे रहे हन। असन प्रेम उमाहड़ा क्यों मिलिए हर जाए। 12 महाबाज महला पंजवा घर चौथा एक ओंकार सरगुर प्रसाद। 12 महीनों की विचार 5वें पातशाह चौथे घर च करते। परमात्मा एक है, सारी सृष्टि नूं बनाउण वाला है। सतगुर प्रसाद, उहदी हस्ती कायम है, भागां वालियां नूं दर्शन भी दिंदा। ते अज आया अस्सू दा महीना, आखो सतनाम। हे वाहिगुरू, इस महीने दे विच मेरे अंदर प्रेम दा हाड़ आ गया। असन प्रेम उमाहड़ा, उमाहड़ा दा भाव है अंदर हलचल। हुण तुहाडे अंदर एक हलचल है ना, किहड़ी बना
ਕਿ ਜੋ ਤੁਸੀਂ ਚਾਹੁੰਦੇ ਜੇ ਗੁਰੂ ਅਰਜਨ ਸਾਹਿਬ ਤੋਂ ਰੋਜ਼ ਆਉਂਦੇ ਜੇ, ਤੁਸੀਂ ਕਹਿੰਦੇ ਮਹਾਰਾਜ ਛੇਤੀ ਬੋਲੋ ਦੇ ਦੇ। ਮੰਨ ਲਓ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਮੁੰਡੇ ਦਾ, ਤੇ ਆਪਾਂ ਕਹਿੰਦਾ ਮਹਾਰਾਜ ਚੰਗਾ ਰਿਸ਼ਤਾ, ਇੱਥੇ ਹਲਚਲ ਜੀ ਨਹੀਂ ਮੱਚੀ ਵੀ ਕਿਹੜਾ ਵੇਲਾ ਹੋਵੇ ਰਿਸ਼ਤਾ, ਤੇ ਜਿੰਨੇ ਫੈਲ ਲਾਈ ਉਹਨੂੰ ਦਾ ਕਿਹੜਾ ਵੇਲਾ ਹੋਵੇ ਆਵਾਜ਼। ਇਹ ਹਲਚਲ ਹੈ ਅੰਦਰ ਆਪਣੇ। ਮੇਰੇ ਪਾਤਸ਼ਾਹ ਕਹਿੰਦੇ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹੈ ਉਹਨਾਂ ਦੇ ਅੰਦਰ ਇੱਕ ਹਲਚਲ ਮੱਚੀ ਪਈ ਆ ਕਿ ਮਹਾਰਾਜ ਵੇਖੀ ਕਿਤੇ ਨਾ ਮੌਤ ਆ ਜੇ ਤੇ ਤੂੰ ਆਵੇਂ ਹੀ ਨਾ, ਦੇਰੀ ਨਾ ਕਰਨੀ ਅਸਨ ਪ੍ਰੇਮ ਉਮਾਹੜਾ, ਮੇਰੇ ਅੰਦਰ ਹਾੜ ਆਇਆ ਪਿਆ ਏ, ਮੈਂ ਤੈਨੂੰ ਮਿਲਣਾ ਚਾਹਣਾ। ਇਹ ਵਾਹਿਗੁਰੂ ਦੁਨੀਆ ਨੂੰ ਮਿਲ ਕੇ ਵੇਖ ਲਿਆ, ਸੱਚੀ ਹੁਣ ਨਹੀਂ ਜੀ ਕਰਦਾ ਮਿਲਣ ਨੂੰ। ਹਮਨੇ ਤੋਂ ਆਪਣੋਂ ਨੇ ਲੂਟਾ, ਸ਼ੇਰ ਆ ਨਾ ਹਿੰਦੀ ਦਾ, ਕਹਿੰਦਾ ਹਮੇ ਤੋਂ ਆਪਣੋਂ ਨੇ ਲੂਟਾ, ਗੈਰੋਂ ਮੇਂ ਕਹਾਂ ਦਮ ਥਾ। ਸਾਡੀ ਕਿਸ਼ਤੀ ਉੱਥੇ ਬਹਿ ਗਈ ਜਿੱਥੇ ਪਾਣੀ ਕਹਾਂ ਥਾ। ਜਿਨ੍ਹਾਂ ਨੂੰ ਆਪਣੇ ਕਹੀਦਾ ਨਾ, ਤੁਸੀਂ ਵੀ ਰਿਸ਼ਤੇਦਾਰੀਆਂ 'ਚ ਕਿਹਾ ਹੀ ਆ, ਜਿਨ੍ਹਾਂ ਨੂੰ ਆਪਣੇ ਕਹੋਗੇ ਉਹ ਹੀ ਐਡਾ ਗਾੜਾ ਟੱਕ ਲਾਉਣਗੇ ਜਿਹਨੂੰ ਭਰਨਾ ਔਖਾ ਹੋ ਜਾਊਗਾ। ਅਜੇ 7 ਬਗਾਨਾ ਤੇ ਹੋ ਸਕਦਾ ਕਿਤੇ ਬੰਦੇ ਦੀ ਹੈਲਪ ਕਰਦੇ, ਜਿਹੜੇ ਆਪਣੇ ਭੁੱਲ ਜਾਓ। ਜਿਨ੍ਹਾਂ ਨੂੰ ਬਣਾਇਆ ਵੀ ਸੀ, ਮਾਣ ਸੀ ਜਿਨ੍ਹਾਂ ਤੇ ਵੀ ਇਹ ਇਨਸਾਨ ਮੇਰੀ ਸੱਜੀ ਬਾਂਹ, ਪਤਾ ਉਦੋਂ ਲੱਗਾ ਜਦੋਂ ਬਾਂਹ ਹੀ ਵੱਡੀ ਗਈ। ਸਮਾਂ ਬੜਾ ਭਿਆਨਕ ਜੀ। ਬਾਜੋ ਇੱਕ ਗੁਰੂ ਤੋਂ ਬਿਨਾ ਕੋਈ ਨਹੀਂ ਜੇ ਲੱਭਦਾ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸਾਹ। ਸੱਚੇ ਪਾਤਸ਼ਾਹ ਮਹਾਰਾਜ ਰਾਜਿਆਂ ਦੇ ਰਾਜੇ। ਕਿਸੇ ਬੰਦੇ ਦੀ ਚਾਪਲੂਸੀ ਕਰਨ ਨਾਲੋਂ ਨਾ ਮਾਰੇ ਤੇ ਚੌਰ ਸਾਹਿਬ ਕਰ ਲਿਆ ਕਰੋ। ਕਿਸੇ ਬੰਦੇ ਦੀ ਚਾਪਲੂਸੀ ਨਾਲੋਂ ਸੰਗਤ ਦੇ ਭਾਂਡੇ ਮਾਂਜ ਲਿਆ ਕਰੋ। ਕਿਸੇ ਬੰਦੇ ਦੀ ਚਾਪਲੂਸੀ ਨਾਲੋਂ ਗੁਰੂ ਦੀਆਂ ਚਾਦਰਾਂ ਧੋ ਕੇ ਪ੍ਰੈਸ ਕਰ ਲਓ। ਇਹ ਗੁਰੂ ਸਾਹਿਬ ਨੇ ਤੁਹਾਡਾ ਹੱਕ ਨਹੀਂ ਰੱਖਣਾ, ਬੰਦੇ ਨੇ ਕੁਛ ਨਹੀਂ ਦੇਣਾ। ਉਹੀ ਮਾਂ ਹੁੰਦੀ ਜਿਹੜੀ ਪਹਿਲਾਂ ਪੁੱਤਾਂ ਦੀ ਗੰਦਗੀ ਧੋਂਦੀ, ਫਿਰ ਪੋਤਰਿਆਂ ਦੀ, ਫਿਰ ਪਤੀ ਮੰਜੇ ਤੇ ਇੰਨਾ ਗੰਦ ਧੋਤਾ, ਤੇ ਅੰਤ ਨੂੰ ਕੀ ਮਿਲਿਆ? ਤੂੰ ਗਲੋਂ ਲੈ ਜਾ। ਅੰਤ ਨੂੰ ਕੀ ਮਿਲਿਆ? ਤੂੰ ਸਾਡੇ ਲਈ ਕੀ ਕੀਤਾ ਈ? ਤੋ ਇਸ ਕਰਕੇ ਮਹਾਰਾਜ ਨੇ ਬਾਣੀ 'ਚ ਲਿਖਿਆ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਠੀਕ ਆਪਣੇ ਸਾਰਿਆਂ ਦੇ ਅੰਦਰ ਹਲਚਲ ਹੈ, ਪਰ ਨਹੀਂ। ਮਹਾਰਾਜ ਕਹਿੰਦੇ ਅੱਸੂ ਦਾ ਮਹੀਨਾ ਚੜਿਆ, ਇਹ ਮਹੀਨਾ ਵਾ ਰਸ ਵਾਲਾ। ਰਾਤ ਨੂੰ ਠੰਡ ਤੇ ਦਿਨੇ ਗਰਮੀ। ਥੋੜਾ ਜਿਹਾ ਪ੍ਰੇਮ ਦੇ ਨਾਲ ਭਰਨਾ ਇਸ ਮਹੀਨੇ ਨੇ, ਅੱਗੇ ਕੱਤੇ 'ਚ ਹੋਰ ਬਦਲ ਜਾਣਾ। ਸੋ ਮਹਾਰਾਜ ਕਹਿੰਦੇ ਅੱਸੂ ਦੇ ਮਹੀਨੇ 'ਚ ਮੇਰੇ ਅੰਦਰ ਪ੍ਰੇਮ ਨੇ ਹਲਚਲ ਮਚਾ ਦਿੱਤੀ ਹੈ। ਕਿਉਂ ਮਿਲੀ ਹੈ ਹਰ ਜਾਏ, ਮੈਨੂੰ ਦੱਸੋ ਸੰਗਤੇ, ਮੈਂ ਕਿੱਦਾਂ ਆਪਣੇ ਪਿਆਰੇ ਨੂੰ ਮਿਲਣ ਜਾਵਾਂ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਨ ਮਿਲਾਵੇ ਮਾਏ। ਜਦੋਂ ਬੰਦੇ ਨੂੰ ਅੰਦਰੋਂ ਸੱਟ ਵੱਜਦੀ ਨਾ, ਉਦੋਂ 2 ਚੀਜ਼ਾਂ ਚੇਤੇ ਆਉਂਦੀਆਂ, ਜਾਂ ਤੇ ਮਾਂ ਚੇਤੇ ਆਉਂਦੀ ਜਾਂ ਰੱਬ ਚੇਤੇ ਆਉਂਦਾ। ਇੱਥੇ ਵੀ ਗੁਰੂ ਸਾਹਿਬ ਨੇ ਮਾਂ ਦਾ ਜ਼ਿਕਰ ਕਰਤਾ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਨ ਮਿਲਾਵੇ ਮਾਏ। ਇਹ ਮੇਰੀ ਮਾਂ। ਕਿਉਂਕਿ ਜਦੋਂ ਬੰਦਾ ਡਿੱਗਦਾ ਨਾ ਕਿਤੇ, ਵੱਡਾ ਹੋ ਕੇ ਵੀ ਡਿੱਗ ਪਏ, ਕਹੂਗਾ ਹਾਏ ਮਾਂ, ਜਾਂ ਕਹੂ ਹਾਏ ਰੱਬਾ। 2 ਚੀਜ਼ਾਂ ਇਹ ਪਤਾ ਨਹੀਂ ਕਿਉਂ, ਇਹ ਤੇ ਹੁਣ ਬਾਪੂ ਜਾਣੇ ਕਿਉਂ ਨਿਕਲਦੀਆਂ। ਇਸੇ ਤਰ੍ਹਾਂ ਮਹਾਰਾਜ ਆਨੰਦ ਸਾਹਿਬ 'ਚ ਵੀ ਕਿਹਾ, ਆਨੰਦ ਭਇਆ ਮੇਰੀ ਮਾਂ ਏ। ਜਦੋਂ ਬੰਦੇ ਨੂੰ ਖੁਸ਼ੀ ਆਉਂਦੀ ਨਾ ਬਹੁਤ ਸਾਰੀ, ਉਦੋਂ ਵੀ ਉਹਨੂੰ ਮਾਂ ਚੇਤੇ ਆਉਂਦੀ। ਜਦੋਂ ਜ਼ਿਆਦਾ ਗਮੀ ਆਉਂਦੀ, ਉਦੋਂ ਵੀ ਮਾਂ ਚੇਤੇ ਆਉਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਅੱਜ ਮੈਨੂੰ ਪੂਰੀ ਪਿਆਸ ਲੱਗੀ, ਮਨ ਤਨ ਪਿਆਸ ਦਰਸ਼ਨ ਕਣੀ। ਬਹੁਤ ਜ਼ਿਆਦੀ ਪਿਆਸ ਹੈ ਦਰਸ਼ਨਾਂ ਦੀ। ਹੇ ਮੇਰੀ ਮਾਂ, ਕਿਤੇ ਮਿਲ ਜਾਵੇ। ਸੰਤ ਸਹਾਈ ਪ੍ਰੇਮ ਕੇ, ਹੋ ਤਿਨ ਕੈ ਲਾਗਾ ਪਾਏ। ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਮੈਂ ਕੀ ਕਰਾਂ। ਅੱਗੋਂ ਆਵਾਜ਼ ਆਈ ਵੀ ਜਿਹੜੇ ਰੱਬ ਦੇ ਪਿਆਰੇ ਆ ਨਾ, ਸਾਧੂ ਸੰਤ ਕਮਾਈ ਵਾਲੇ, ਉਹਨਾਂ ਦੇ ਪੈਰੀਂ ਪੈ ਜਾ। ਪੈਰ ਫੜ ਲਾ ਕਮਾਈ ਵਾਲੀਆਂ ਰੂਹਾਂ ਦੇ। ਮੈਂ ਮਾਂ ਤਾਂ ਕਿਹਾ ਵਾ ਵੀ ਛੋਟੇ ਹੁੰਦੇ ਆ ਨਾ, ਰਾਤ ਨੂੰ ਮੰਜੇ ਤੇ ਮਾਂ ਹੀ ਹੁੰਦੀ, ਉਹ ਮਾਗ 'ਚ ਰਾਤ ਨੂੰ ਉੱਠ ਕੇ
ਰਜਾਈ ਦਿੰਦੀ, ਲੱਤ ਮਾਰ ਕੇ ਫੇਰ ਲਾ ਦੇਗੀ। ਉਹਨੇ ਦੇਣੀ ਫੇਰ ਲਾ ਦੇਣੀ। ਜਦੋਂ ਵਿਆਹਿਆ ਗਿਆ ਸਾਰਾ ਦਿਨ ਕੰਮ ਕਰਦਾ ਰਿਹਾ, ਰਾਤ ਨੂੰ ਥੱਕਿਆ ਸੌਂ ਗਿਆ। ਲਾਗੇ ਆਪਣੀ ਵਾਈਫ ਪਈ ਸੀ, ਬੱਚੇ, ਥੱਕੇ ਦੀ ਰਜਾਈ ਡਿੱਗ ਪਈ। ਸਾਰੀ ਰਾਤ ਆਕੜਿਆ ਰਿਹਾ, ਪਰ ਚੁੱਕ ਕੇ ਕਿਸੇ ਨੇ ਉੱਤੇ ਨਹੀਂ ਦਿੱਤੀ। ਬੁਖਾਰ ਹੋ ਗਿਆ। ਘਰ ਵਾਲੀ ਨੂੰ ਕਹਿੰਦਾ ਮੈਂ ਤੇ ਥੱਕਿਆ ਸੀ, ਮੰਜੇ ਤੋਂ ਹਿੱਲਿਆ ਨਹੀਂ ਗਿਆ, ਤੇ ਤੂੰ ਹੀ ਵੇਖ ਤੇ ਲੈਂਦੇ। ਉਹ ਕਹਿੰਦੇ ਮੈਂ ਤੇਰੇ ਤੋਂ ਵੀ ਵੱਧ ਥੱਕੀ ਆ। ਤੇ ਫਿਰ ਮਾਂ ਯਾਦ ਆਈ ਵੀ ਉਦੋਂ ਰਾਤ ਨੂੰ ਉੱਠ ਕੇ ਉਹ ਦਿੰਦੀ ਹੁੰਦੀ ਸੀ ਤੇ ਅਸੀਂ ਸੜੰਗਾਂ ਮਾਰ ਕੇ ਲਾ ਦਿੰਦੇ ਹਾਂ। ਯਾਦਾਂ ਤਾਂ ਆਉਂਦੀਆਂ ਏ, ਕਿਉਂਕਿ ਪਿਆਰ ਨਹੀਂ ਮੁੱਕਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਇਹ ਮੇਰੀ ਮਾਏ ਕੋਈ ਕਰ ਕਿਰਪਾ। ਫਿਰ ਆਵਾਜ਼ ਆਈ ਸੰਤ ਸਹਾਈ ਪ੍ਰੇਮ ਕੀ। ਪ੍ਰੇਮ ਕੇ ਕਹਿੰਦੇ ਸਾਧੂ ਰੱਬ ਦੇ ਜਿਨ੍ਹਾਂ ਕੋਲ ਪਿਆਰ ਹੈ। ਪ੍ਰੇਮ ਹੀ ਦੁਨੀਆ ਤੇ ਸਭ ਤੋਂ ਵੱਡੀ ਦੌਲਤ ਹੈ। ਪਰ ਜੇ ਕਿਤੇ ਕਰਨ ਦੇ ਵੀ, ਜੇ ਕਿਤੇ ਆਪਣੇ ਅੰਦਰ ਚਾਅ ਪੈਦਾ ਹੋਏ ਨਾ ਮੈਂ ਪ੍ਰੇਮ ਕਰਨਾ, ਪਰ ਆਪਾਂ ਈਰਖਾ ਨਹੀਂ ਕਰਨ ਵੜਦੇ। ਮੈਂ ਕਿਹੜਾ ਘੱਟ ਆ, ਸਾਰੇ ਆਪਾਂ ਭਰੇ ਪਏ। ਉਹ ਆਪਾਂ ਨੂੰ ਕਿਸੇ ਬੰਨੇ ਲੱਗਣ ਨਹੀਂ ਦਿੰਦੀ। ਆਖੋ ਸਤਿਨਾਮ ਵਾਹਿਗੁਰੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਮੇਰੇ ਪਿਆਰਿਓ ਜਿਹੜੇ ਬੰਦਗੀ ਵਾਲੇ ਉਹਨਾਂ ਦੇ ਪੈਰੀਂ ਪੈ ਜਾਓ, ਜਿਹੜੇ ਐਨ ਰਸ ਨਾ ਭਰੇ, ਕਿਤੇ ਸਾਡਾ ਵੀ ਭਲਾ ਹੋ ਜਾਵੇ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਕਹਿੰਦੇ ਪਰਮੇਸ਼ਰ ਤੋਂ ਦੂਰ ਜਾ ਕੇ ਕਦੇ ਕਿਸੇ ਨੂੰ ਸੁੱਖ ਨਹੀਂ ਜੇ ਆਇਆ, ਤੇ ਨਾ ਕਦੇ ਆਉਣਾ ਹੀ ਹੈ। ਗਲਤੀ ਨਾ ਕਰਿਓ। ਤਾਂ ਕਰਕੇ ਮੈਂ ਸੁਣਾਇਆ ਸੀ ਨਾ, ਕਿਸੇ ਭਾਈ ਸਾਹਿਬ ਸਾਡੇ ਮਿੱਤਰ, ਉਹਦੀ ਬੇਟੀ ਸੀ ਇਕੱਲੀ, ਤੇ ਕੈਨੇਡਾ ਚੱਲੀ, ਤੇ ਭਾਈ ਸਾਹਿਬ ਨੇ ਏਅਰਪੋਰਟ ਤੇ ਆਪਣੀ ਧੀ ਦੀ ਝੋਲੀ 'ਚ ਨਾ ਗੁੜਕਾ ਸਾਹਿਬ ਪਾਇਆ। ਉਹ ਬੜੀ ਰੋਈ, ਕਹਿੰਦੇ ਬਾਪੂ ਇਹ ਕੀ? ਕਹਿੰਦੇ ਪੁੱਤ ਮੈਨੂੰ 2 ਅਟੈਕ ਹੋ ਗਏ ਆ, ਪਤਾ ਨਹੀਂ ਤੇਰੀ PR ਤੱਕ ਮੈਂ ਰਵਾਂ ਜਾਂ ਨਾ ਰਵਾਂ। ਤੇਰਾ ਕੋਈ ਭੈਣ ਭਰਾ ਨਹੀਂ, ਅੱਜ ਤੋਂ ਬਾਅਦ ਤੇਰਾ ਪੱਲਾ ਮੈਂ ਕਿਸੇ ਨੂੰ ਫੜਾ ਚੱਲਿਆ, ਇਹ ਪੱਲਾ ਛੱਡੀ ਨਾ। ਬਾਪੂ ਕਿਹਨੂੰ ਫੜਾਇਆ ਈ? ਕਹਿੰਦੇ ਪੁੱਤ ਤੂੰ ਨਿਤਨੇਮ ਨਾ ਛੱਡੀ, ਗੁਰੂ ਨਾਨਕ ਸਾਹਿਬ ਤੇਰੀ ਬਾਂਹ ਨਹੀਂ ਛੱਡਦੇ। ਸਤਿ ਸ੍ਰੀ ਅਕਾਲ। ਇਹ ਸੱਚ ਜੇ ਸੰਗਤੇ ਸਾਰੇ ਸਾਥ ਛੱਡ ਜਾਣ ਤੇ ਬੰਦਾ ਕੀ ਕਰਦਾ? ਸੁਸਾਈਡ। ਪਰ ਜਿਹਦੇ ਕੋਲ ਬਾਬੇ ਦਾ ਨਿਤਨੇਮ ਉਹ ਬੰਦਾ ਪੈਰਾਂ ਸਿਰ ਹੋ ਜਾਂਦਾ, ਕਿਉਂਕਿ ਉਹਦੀ ਮਹਾਰਾਜ ਬਾਂਹ। ਜ਼ਿੰਦਗੀ 'ਚ ਬੜੇ ਵਾਧੇ ਘਾਟੇ, ਕਈ ਹੁਣ ਵੇਖੇ ਫਾਹ ਲੈ ਲੈਂਦੇ, ਗੱਡੀ ਥੱਲੇ ਆ ਕੇ ਦਵਾਈ ਪੀ ਲੈਂਦੇ। ਕਿਉਂ? ਕਿਉਂਕਿ ਉਹ ਇੱਕ ਵਾਰੀ ਝਟਕਾ ਲੱਗਦਾ, ਉਹਨਾਂ ਤੋਂ ਝੱਲ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਨਾਲ ਕੋਈ ਨਹੀਂ ਰਹਿ ਜਾਂਦਾ। ਪਰ ਜਦੋਂ ਸੋ ਸਤਿਗੁਰ ਪਿਆਰਾ ਮੇਰੇ, ਜਿੱਥੇ ਮੈਨੂੰ ਲਈ ਛੁਡਾਈ। ਹੱਲੇ ਦੇ ਨਾਲ ਚੱਲੀਏ ਭਾਈ, ਭਾਈ ਮਰਦਾਨਾ ਜੀ ਨੂੰ ਵੀ ਛਡਾਉਣਾ ਆ ਜੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬੱਧਾ ਪਿਆ ਉੱਥੇ ਬੱਕੂ ਨੂੰ ਬੇਡੂ ਬਣਾ ਕੇ, ਉਧਰ ਵੀ ਚੱਲੀਏ। ਘੜਾ ਰਾਤ ਦਾ ਸਿਰ ਤੇ ਹੀ ਹੈ। ਮਹਾਰਾਜ ਕਿਰਪਾ ਕਰੋ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਕਹਿੰਦੇ ਸੰਗਤ ਜੀ ਅਸਲੀ ਪਿਆਰ ਦਾ ਰਸ ਹੈ ਪ੍ਰੇਮ। ਇਹ ਨਹੀਂ ਜੇ ਲੱਭਦਾ, ਜੇ ਕਿਤੇ ਤੁਹਾਨੂੰ ਲੱਭਦਾ ਨਾ ਤੇ ਛੱਡਿਓ ਨਾ। ਮੈਂ ਤੇ ਇਹ ਕਹੂੰਗਾ ਜ਼ਿੰਦਗੀ 'ਚ ਜਿਹੜਾ ਤੁਹਾਨੂੰ ਪ੍ਰੇਮ ਕਰਦਾ, ਕੋਈ ਗੁਰੂ ਦਾ ਰੰਗਿਆ ਹੋਇਆ, ਉਹਦੀ ਧੂੜ ਵੀ ਚੱਕ ਲਿਓ। ਕਿਉਂਕਿ ਇਸ ਵੇਲੇ ਦੁਨੀਆ 'ਚ ਅੱਗ ਲੱਗੀ ਪਈ ਹੈ। ਬਾਣੀ ਕਹਿੰਦੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਕਲਯੁਗ ਰੱਥ ਅਗਨ ਕਾ, ਅੱਗ ਦਾ ਰੱਥ ਹੈ ਇਸ ਵੇਲੇ। ਮਾਹੌਲ ਚਾਰੇ ਪਾਸੇ ਅੱਗ ਹੀ ਹੈ। ਕਹਿੰਦੇ ਜਿੱਥੇ ਪਿਆਰ ਮਿਲਦਾ ਤੇ ਭਾਵੇਂ ਲੰਮੇ ਪੈ ਕੇ ਡੰਡੌਤ ਕਰ। ਆ ਤੁਹਾਨੂੰ ਇੱਥੇ ਆਪਾਂ ਸਾਰਿਆਂ ਨੂੰ ਪਿਆਰ ਮਿਲਦਾ 60 ਮਿੰਟ। ਇਹ ਭਾਵੇਂ ਕੰਮ ਛੁੱਟਦੇ, ਭਾਵੇਂ ਘਰ ਦੇ ਲੜਦੇ, ਭੱਜ ਨੱਸ ਕੇ ਸਮਾਂ ਸੰਭਾਲ ਲਿਆ ਕਰੋ। ਕੰਮ ਕੁਮ ਉਦੋਂ ਨਹੀਂ ਮੁੱਕਣੇ ਜਿੱਦਣ ਆਪਾਂ ਮੁੱਕ ਜਾਣਾ, ਉਹਨਾਂ ਚਿਰ ਨਹੀਂ ਜੇ ਮੁੱਕਣੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਪ੍ਰੇਮ ਦਾ ਰਸ ਚਖਿਆ ਉਹਨਾਂ ਨੂੰ ਠੰਡ ਪਈ, ਨਹੀਂ ਤੇ ਕਰੋੜਾਂ ਪਤੀ ਵੀ ਰੋਂਦਾ ਹੈ ਤੇ ਨੰਗ ਵੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ। ਕਹਿੰਦੇ ਜਿਹਦੇ ਕੋਲ ਜ਼ਿਆਦੀ ਮਾਇਆ ਉਹ ਹਿਸਾਬ ਹੀ ਕਰੀ ਜਾਂਦਾ ਰਾਤ ਨੂੰ, ਤੇ ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਭਰਮੰਤਾ। ਜਿਹਦੇ ਕੋਲ ਨਹੀਂ ਉਹ ਕਹਿੰਦਾ ਕੱਲ ਨੂੰ ਚਾਹ ਮਿੱਠਾ ਕਿੱਥੋਂ ਲਿਆਉਣਾ। ਤੇ ਕਹਿੰਦੇ ਦੋਹੂ ਵਿਵਸਥਾ ਤੇ ਜੋ ਮੁਕਤਾ, ਕਹਿੰਦੇ ਵਿਚਲਾ ਜਿਹਾ ਨਾ ਜਿਹੜਾ ਵੀ ਨਾ ਜ਼ਿਆਦਾ ਨਾਂਗੀ ਆ ਤੇ ਨਾ ਅਮੀਰ ਹੀ ਆ, ਵਿਚਲੀ ਜੀ ਅਵਸਥਾ ਵੀ ਜਿੰਨਾ ਕੁ ਫੁਲਕਾ ਮਿਲੇ ਛੱਕ ਕੇ ਰੱਬ ਦੇ ਗੁਣ ਗਾਈ ਜਾਇਆ ਕਰੋ, ਫਿਰ ਸੌਖੀ ਲੰਘ ਜਾਏਗੀ। ਤੋ ਮਹਾਰਾਜ ਕਹਿੰਦੇ ਉਹਨਾਂ ਕੋਲ ਸ਼ਾਂਤੀ ਅੰਦਰ ਦੀ ਹੈ, ਨਹੀਂ ਤੇ ਐਵੇਂ ਭੁਲੇਖਾ ਜੇ। ਵੱਡੀਆਂ ਵੱਡੀਆਂ ਗੱਡੀਆਂ, ਕੋਠੀਆਂ, ਸੋਨੇ ਚਾਂਦੀ ਜਦੋਂ ਮਿਲੀਦਾ ਨਾ, ਇੱਦਾਂ ਦੇ ਰੋਗ ਲੱਗੇ, ਆਖੀਦਾ ਵਾਹਿਗੁਰੂ ਚਾਹ ਰਹਿਣ ਹੀ ਦਿਓ, ਮੈਨੂੰ ਟਾਈਮ ਹੋ ਗਿਆ, ਮੈਂ ਚੱਲ ਜਾਣਾ। ਬਹੁਤ ਦੁਨੀਆ ਨਾਲ ਵਾਹ ਪੀਂਦਾ। ਹੁਣ ਕਥਾ ਕਰਨ ਬਾਹਰ ਜਾਂਦੇ, ਸੰਗਤ ਲੈ ਜਾਂਦੀ,
ਜਦੋਂ ਘਰ ਘੁਰ ਵੇਖੀ ਦੇ ਗੱਡੀ ਆਖੀਦਾ ਵੀ ਆਹ ਤਾਂ ਬੜੇ ਬੰਦੇ ਅਮੀਰ ਆ। ਜਦੋਂ ਅਜੇ ਚਾਹ ਪੀਤੀ ਕੌਫੀ ਲੈਣ ਗਏ ਲਾਗੇ ਬਹਿ ਕੇ ਜਦੋਂ ਦੱਸਦੇ ਨਾ ਬਾਬਾ ਜੀ ਆਹ ਬਿਮਾਰੀ ਅਰਦਾਸ ਕਰਿਓ, ਮੈਂ ਕਿਹਾ ਕੌਫੀ ਤੇ ਰਹਿਣ ਦਿਓ, ਚੜ੍ਹਦੀ ਕਲਾ ਕੁਛ ਨਹੀਂ, ਜਲਦੀ ਫੋਨ ਆ ਗਿਆ ਜਾਣਾ ਪਵੇਗਾ, ਤੋ ਖਹਿੜਾ ਛਡਾਓ। ਕਿਉਂਕਿ ਭਾਈ ਮਹਾਂਪੁਰਖ ਕਹਿੰਦੇ ਭਾਰ ਇਹਨਾਂ ਨੇ ਪਾਏ ਆਪਦੇ ਪੁੱਠੇ ਕੰਮ ਕਰਕੇ, ਤੇ ਬਾਬਾ ਕਿਉਂ ਲਵੇ ਹੋਣਾ, ਮੁੜ ਕੇ ਆਪਾਂ ਕਿੱਧਰ ਜਾਣਾ। ਇਹ ਸਿਰ ਦਾ ਸਿਰ ਸਚਾਈ ਹੈ। ਇਹ ਤੇ ਕਮਾਈ ਵਾਲੇ ਸੀ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ, ਜਾਂ ਬਾਬਾ ਈਸਰ ਸਿੰਘ ਵਰਗੇ ਮਹਾਂਪੁਰਖ ਜਿਨ੍ਹਾਂ ਨੇ ਸੰਗਤਾਂ ਦੇ ਦੁੱਖ ਵੰਡਾਲੇ। ਆਪਣੇ ਤੋਂ ਨਹੀਂ ਇੰਨੀ ਜੋਗੇ, ਆਪਣਾ ਤੇ ਆਪਦੇ ਜੋਗਾ ਨਹੀਂ ਨਿਤਨੇਮ, ਤੇ ਕਿੱਥੋਂ ਕਿਸੇ ਦਾ ਹਿੱਸਾ ਲਵਾਂਗੇ ਗੱਫਾ। ਆਪ ਤਿਆਗ ਬਿਨਤੀ ਕਰ ਹੈ, ਲਿਓ ਪ੍ਰਭੂ ਲੜ ਲਾਏ। ਹੱਥ ਜੋੜੋ ਸਾਰੀ ਸੰਗਤ, ਕਹਿੰਦੇ ਆਪ ਛੋੜ ਬੇਨਤੀ ਕਰੋ। ਹੰਕਾਰ ਛੱਡ ਦਈਏ ਸਾਰੇ, ਛੱਡ ਦੋਗੇ, ਛੱਡ ਦਈਏ ਜਕਾਰਾ ਜਰ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਅਰਦਾਸ ਕਰਿਓ ਮਹਾਰਾਜ, ਬੜੀ ਬੇਅੰਤ ਕਿਰਪਾ ਅਰਦਾਸ 'ਚ। ਅਰਦਾਸ ਕਰੋ ਸਾਰੇ ਹੱਥ ਜੋੜ ਕੇ, ਆਖੋ ਮਹਾਰਾਜ ਸਾਡਾ ਹੰਕਾਰ ਖਤਮ ਹੋ ਜੇ। ਹੰਕਾਰ ਖਤਮ ਹੋ ਜੇ। ਹਾਂ, ਮਹਾਰਾਜ ਕਹਿੰਦੇ ਆਪ ਤਿਆਗ ਬੇਨਤੀ ਕਰੋ। ਆਪਣੇ ਆਪ ਨੂੰ ਆਕੜ ਨੂੰ ਛੱਡ ਦਿਓ ਤੇ ਬੇਨਤੀ ਏਦਾਂ ਹੱਥ ਹੀ ਜੋੜੀ ਰੱਖਿਆ ਕਰੋ। ਇਹ ਹੱਥ ਜੁੜਿਆਂ 'ਚ ਬੜਾ ਆਨੰਦ ਆਉਂਦਾ ਜੀ, ਕਿਉਂਕਿ ਜੋੜਿਆਂ 'ਚ ਰਸ ਹੈ, ਜੁੜੇ ਰਹਿਣ ਤੇ ਸੋਹਣੇ ਲੱਗਦੇ ਹਨ। ਜੋ ਹਰ ਕੰਤ ਮਿਲਾਈ ਆਸੇ, ਵਿਛੜ ਕਤਹਿ ਨਾ ਜਾਏ। ਫਿਰ ਜਿਹਨੂੰ ਗੁਰੂ ਸਾਹਿਬ ਇੱਕ ਵਾਰੀ ਆਪਣੇ ਨਾਲ ਲਾ ਲੈਂਦੇ ਨੇ, ਉਹ ਕਦੇ ਵਿਛੜਦਾ ਨਹੀਂ ਹੈ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨਾਏ। ਕਹਿੰਦੇ ਵੈਗੁਰੂ ਤੇਰੇ ਬਿਨਾ ਕੋਈ ਨਹੀਂ ਦੀਦਾ। ਆ 4 ਦਿਨਾਂ ਵਾਸਤੇ ਸਾਰੀ ਸੰਗਤ ਭੈਣ ਭਰਾ ਮਿਲੇ। ਜਦੋਂ ਬੰਦਾ ਰਾਤ ਨੂੰ ਕਿਤੇ ਇਕੱਲਾ 12 ਕੁ ਵਜੇ ਉੱਠਦਾ ਨਾ, ਕੇਸੀ ਇਸ਼ਨਾਨ ਕਰਕੇ ਵਿਓ, ਤੁਹਾਨੂੰ ਪਤਾ ਲੱਗੂ ਤੁਸੀਂ ਇਕੱਲੇ ਆ, ਤੁਹਾਡਾ ਕੋਈ ਨਹੀਂ ਇੱਥੇ। ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰ ਰਾਏ। ਕਹਿੰਦੇ ਅਸੂ ਦੇ ਮਹੀਨੇ 'ਚੋਂ ਰੂਹਾਂ, ਇੱਧਰ ਧਿਆਨ ਦਿਓ, ਸਾਰਾ ਰਸ ਖਰਾਬ ਕਰੋਗੇ ਬੱਚੇ ਵੱਲ ਵੇਖ ਕੇ। ਤੋ ਮਹਾਰਾਜ ਕਹਿੰਦੇ ਹਨ ਕਿ ਅਸੂ ਦੇ ਮਹੀਨੇ 'ਚੋਂ ਰੂਹਾਂ ਸਦਾ ਹੀ ਸੁਖੀ ਰਹਿੰਦੀਆਂ, ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਹੈ, ਪਿਆਰ ਹੈ, ਸ਼ਰਧਾ ਹੈ। ਸੋ ਮਹਾਰਾਜ ਸਾਰਾ ਮਹੀਨਾ ਸੁੱਖਾਂ ਦਾ ਬਤੀਤ ਕਰਨ। ਆਓ ਚੱਲੀਏ ਉਸ ਜਾਦੂਗਰ ਦੀ ਧਰਤੀ ਤੇ, ਜਿੱਥੇ ਮਰਦਾਨੇ ਨੂੰ ਬੱਧਾ ਪਿਆ ਹੈ। ਮਰਦਾਨਾ ਤਾਂ ਬਾਬੇ ਨੇ ਕੱਲ ਛਡਾ ਲਿਆ ਸੀ ਜਦੋਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਪੜ੍ਹਿਆ। ਹੁਣ ਵੇਲੋ 2 ਗੱਲਾਂ ਸਿੱਧ ਹੋ ਗਈਆਂ। ਅੱਜ ਮੈਂ ਪਹਿਲਾਂ ਵੀ ਉਦਾਹਰਨ ਦਿੱਤੀ ਵੀ ਵਾਹਿਗੁਰੂ ਵਾਹਿਗੁਰੂ ਕੀ ਆ। ਹੁਣ ਦੂਜੀ ਮਹਾਰਾਜ ਨੇ ਕੱਲ ਖੇਡ ਵਰਤਾਈ, 5 ਵਾਰੀ ਵਾਹਿਗੁਰੂ ਵਾਹਿਗੁਰੂ ਆਖਿਆ, ਮਰਦਾਨੇ ਦਾ ਤਵੀਤ ਟੁੱਟ ਗਿਆ। ਤਵੀਜ ਟੁੱਟ ਕੇ ਮਰਦਾਨਾ ਅਸਲੀ ਰੂਪ 'ਚ ਆਇਆ, ਰਬਾਬ ਲੈ ਕੇ ਮਹਾਰਾਜ ਦੇ ਕੋਲ ਆਇਆ ਹੈ। ਗੁਣ ਨਾਰ ਕੇ ਸੀਸ ਪੈ ਖੁੰਭ ਲਗਾ, ਬਿਸਮਾਦ ਪਏ ਲਖ ਕੈ ਨਰ ਨਾਰੀ। ਔਰ ਕਹਿੰਦੇ ਉਧਰੋਂ ਜਿਹੜੀ ਬੀਬੀ ਸੀ ਜਿਹਨੇ ਗੁਰੂ ਨਾਨਕ ਸਾਹਿਬ ਨੂੰ ਝੂਠ ਮਾਰਿਆ ਸੀ, ਮਾਰੇ ਕਹਿੰਦੇ ਪੁੱਤਰ ਤੇਰੇ ਘਰ ਸਾਡਾ ਰਬਾਬੀ ਆਇਆ। ਕਹਿੰਦੀ ਇੱਥੇ ਕੋਈ ਨਹੀਂ ਆਇਆ। ਮਾਰੇ ਕਹਿੰਦੇ ਪਾਣੀ ਦਾ ਪਿਆਸਾ ਸੀ। ਕਹਿੰਦੇ ਇੱਥੇ ਕੋਈ ਨਹੀਂ ਆਇਆ, ਨਹੀਂ ਤੇ ਅੰਦਰ ਜਾ ਕੇ ਵੇਖ ਲਓ। ਹੁਣ ਮਹਾਰਾਜ ਨੂੰ ਝੂਠ ਮਾਰਨ ਵਾਲਾ, ਮਹਾਰਾਜ ਨੂੰ ਮੱਥਾ ਲਾਉਣ ਵਾਲਾ ਕਿੱਥੇ ਭਲਾ ਹੋਊਗਾ। ਉਹਦੇ ਸਿਰ ਤੇ ਘੜਾ ਜੁੜ ਗਿਆ, ਉਹ ਲਾਉਂਦੀ ਹੈ ਤੇ ਘੜਾ ਨਹੀਂ ਉਤਰਦਾ। ਤੋ ਸਾਰਾ ਨਗਰ ਉੱਥੇ ਆ ਕੇ ਹੈਰਾਨ ਹੋਇਆ ਹੈ। ਬਹੁ ਕੀਨ ਪ੍ਰਯਾਸ ਭਈ ਸਭ ਬਾਦ, ਪਖਾਨ ਪਿਦੈ ਨਹਿ ਬੁੰਦ ਕੇ ਮਾਰੀ। ਕਹਿੰਦੇ ਉਹ ਬਥੇਰੇ ਯਤਨ ਕਰਦੀ ਆ, ਜੱਕੜ ਬੱਕੜ ਬੰਬੇ ਉਹ ਕਰਕੇ, ਮੰਤਰ ਤੰਤਰ ਸ਼ੰਤਰ ਬਥੇਰੇ ਪੜ੍ਹਦੀ, ਪਰ ਕਿੱਥੇ ਪੂਰਿਆਂ ਦੇ ਅੱਗੇ ਅਧੂਰੇ ਨਹੀਂ ਟਿਕਦੇ। ਕਵੀ ਜੀ ਕਹਿੰਦੇ ਪਖਾਨ ਪਿਦੈ ਨਹਿ ਬੁੰਦ ਕੇ ਮਾਰੀ। ਕਹਿੰਦੇ ਤੇ ਉਹ ਗੱਲ ਬਣੀ ਵੀ ਪੱਥਰ ਦੇ ਘੜੇ ਤੇ ਪਾਣੀ ਦੀ ਬੂੰਦ ਮਾਰੀਏ ਤੇ ਘੜੇ ਨੂੰ ਕੀ ਹੋਵੇਗਾ। ਇਸ ਕਰਕੇ ਨਿਰੰਕਾਰ ਦੇ ਸਾਹਮਣੇ ਸਿਰ ਝੁਕਾਉਣਾ ਹੀ ਸੋਹਣਾ ਲੱਗਦਾ, ਸਿਰ ਫਸਾਉਣਾ ਸੋਹਣਾ ਨਹੀਂ ਲੱਗਦਾ। ਪੜ ਮੰਤਰ ਤੰਤਰ ਕੋ ਲਿਖ ਕੈ, ਕਰ ਤੰਤਰਨ ਕੋ ਸਭ ਹੀ ਤਿਹਾਰੀ। ਕਹਿੰਦੇ ਜਿੰਨੇ ਵੀ ਉਹਦੇ ਤੰਤਰ ਮੰਤਰ ਸੀ ਸਾਰੇ ਉਹਨੇ ਪੜ੍ਹ ਲਏ, ਪਰ ਨਾ ਤੇ ਘੜਾ ਹੀ ਸਿਰ ਤੋਂ ਲੈਣ ਦਾ ਅਸਰ ਕਰਦਾ ਤੇ ਨਾ ਉਹਦਾ ਸਾਹ ਸੌਖਾ ਹੋਵੇ। ਉਹ ਬਥੇਰਾ ਸਿਰ ਸੁਰ ਮਾਰਦੀ ਹੈ, ਪਰ ਘੜਾ ਕਈ ਵਾਰੀ ਵੇਖਿਓ ਬਿੱਲੀ ਕੁੱਤਾ ਘੜੇ 'ਚ ਸਿਰ ਫਸਾ ਲੇ ਤੇ ਉਹ ਚੱਕਰ ਬਣਦਾ, ਉਹ ਫਿਰ ਘੜਾ ਤੋੜਨਾ ਪੈਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ। ਦਇਆ ਇੱਕ ਸਵਾਲ ਵੀ ਕੀਤਾ ਸੀ ਬੀਰਬਲ ਨੇ ਅਕਬਰ ਨੂੰ। ਅਕਬਰ ਨੇ ਬੀਰਬਲ ਨੂੰ, ਕਿਸੇ ਨੇ ਨਾ ਘੜੇ ਦੇ ਵਿੱਚ
ਕੱਦੂ, ਤੇ ਕਹਿੰਦਾ ਵੀ ਇਹਨੂੰ ਕੱਢ ਕੇ ਵਿਖਾਓ। ਉਹ ਕਹਿੰਦਾ ਵੀ ਇਹ ਨਹੀਂ ਨਿਕਲਣਾ, ਨਹੀਂ ਨਿਕਲਣਾ। ਕਹਿੰਦੇ ਫਿਰ ਪਾਇਆ ਕਿੱਦਾਂ? ਇਸ ਕਰਕੇ ਕਿਸੇ ਨੇ ਪਾਇਆ ਹੀ ਆ, ਤੇ ਜੇ ਪਾਇਆ ਤੇ ਘੜਾ ਨਹੀਂ ਟੁੱਟਾ ਤੇ ਫਿਰ ਕੱਢ ਕੇ ਵਿਖਾਓ। ਵੀਰਬਲ ਨੇ ਫਿਰ ਸਾਰੀ ਸਕੀਮ ਲਾ ਕੇ ਉਹ ਕਹਿੰਦੇ ਭਾਈ ਨਿੱਕਾ ਸੀ ਪੈ ਗਿਆ, ਵੱਡਾ ਹੋ ਕੇ ਫਸ ਗਿਆ। ਸਮਝੇ ਕੁਛ? ਜਦੋਂ ਆਪਾਂ ਨਿੱਕੇ ਸੀ ਨਾ ਮਾਂ ਦੀ ਗੋਦੀ 'ਚ ਬੜੇ ਖੁਸ਼ ਸੀ, ਬੜੇ ਆਨੰਦ ਸੀ, ਕੋਈ ਲਿਆਉਣ ਦਾ ਨਹੀਂ, ਕੋਈ ਦੇਣ ਦਾ ਨਹੀਂ, ਕੋਈ ਨਿੰਦਿਆ ਚੁਗਲੀ ਨਹੀਂ, ਕੋਈ ਆਪਣਾ ਬਗਾਨਾ ਨਹੀਂ। ਆ ਜਦੋਂ ਦੇ ਵੱਡੇ ਹੋ ਗਏ ਜੱਬ ਨੂੰ ਫੜੇ ਗਏ ਹੈ। ਕਦੇ ਕੋਈ ਫੋਨ ਕਰ ਦਿੰਦਾ, ਦੁੱਧ ਵਾਲਾ ਕਹਿੰਦਾ 10,000 ਮੇਰਾ ਰਹਿੰਦਾ, ਬਿਜਲੀ ਵਾਲੇ ਕਹਿੰਦੇ ਅੱਜ ਕੀ ਮੀਟਰ ਪੁੱਟ ਕੇ ਲੈ ਜਾਓ, ਉਧਰੋਂ ਸਕੂਲ ਵਾਲੇ ਕਹਿੰਦੇ ਵੀ ਬੱਚੇ ਨੂੰ ਸਕੂਲੇ ਨਾ ਹੀ ਭੇਜਿਓ, ਫੀਸਾਂ 3 ਜੁੜ ਗਈਆਂ। ਜੱਬ ਨੂੰ ਫੜੇ ਗਏ ਸਾਰੇ, ਤਾਂ ਹੀ ਬਾਹਰ ਨੂੰ ਭੱਜਣ ਦੇ, ਕਿਉਂਕਿ 10,000 ਮਹੀਨੇ ਦੀ ਸੈਲਰੀ, 50,000 ਖਰਚਾ। ਕਿਹਦਾ ਜੀ ਕਰਦਾ ਆਪਣਿਆਂ ਨੂੰ ਦੂਰ ਜਾਣ ਨੂੰ? ਆ ਜੀ ਕਰਦਾ ਮੇਲਾ ਭਰਿਆ ਆਨੰਦ ਛੱਡਣ ਨੂੰ, ਪਰ ਮਜਬੂਰੀਆਂ ਛੁਡਾ ਦਿੰਦੀਆਂ ਵਾ। ਇਸ ਕਰਕੇ ਅੱਜ ਮੌਕਾ ਜਿਹਾ, ਸਮਾਂ ਸੰਭਾਲ ਲਓ, ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ, ਕਿੰਨੇ ਕਿੱਧਰ ਨੂੰ ਤੁਰ ਪੈਣਾ ਜੇ ਨਾ ਮੇਰਾ ਹੀ ਪਤਾ ਨਾ ਤੁਹਾਡਾ ਹੀ ਪਤਾ। ਪਰ ਅੱਜ ਆਪਣੇ ਕੋਲ ਸਵਰਗ ਜੇ, ਮਹਾਰਾਜ ਤੋਂ ਸ਼ੁਕਰ ਕਰੋ, ਅੱਜ ਨੂੰ ਸੰਭਾਲੋ, ਕੱਲ੍ਹ ਨਾਮ ਕਾਲ ਦਾ। ਤੋ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਨਿੱਕੇ ਰਹੋਗੇ ਸੁੱਖ ਲਓਗੇ, ਵੱਡੇ ਹੋ ਕੇ ਉੱਚੀ ਉੱਚੀ ਰਹੋਗੇ। ਤੋ ਇਸ ਕਰਕੇ ਘੜਾ ਜੁੜ ਗਿਆ ਹੈ, ਕੋਈ ਪੇਸ਼ ਨਹੀਂ ਜਾਂਦੀ। ਘਟ ਕੂਟ ਸੋ ਬਾਨ ਉਪਾਏ ਚਲਾਵਤ, ਖੰਡਤ ਹੋ ਨਾ ਚੱਲੇ ਉਪਚਾਰੀ। ਕਹਿੰਦੇ ਇਸਤਰੀ ਦੇ ਸਾਰੇ ਯਤਨ ਟੁੱਟ ਗਏ, ਕੋਈ ਉਪਚਾਰ ਨਹੀਂ ਚੱਲਦਾ। ਮਹਾਰਾਜ ਮੁਸਕਰਾ ਰਹੇ ਨੇ। ਭਾਈ ਮਰਦਾਨਾ ਕਹਿੰਦਾ ਮਹਾਰਾਜ ਨਾ ਛੱਡਿਓ ਇਹਨੂੰ, ਇੱਦਾਂ ਹੀ ਰਹਿਣ ਦਿਓ। ਇਹਨਾਂ ਨੂੰ ਕਿੱਡਾ ਦੁਖੀ ਕੀਤਾ, ਮੈਂ ਪਾਣੀ ਦੀ ਘੁੱਟ ਮੰਗੀ ਤੇ ਮੈਨੂੰ ਭੇਡੂ ਬਣਾਤਾ। ਮਹਾਰਾਜ ਇਹਨੂੰ ਸਹੀ ਨਹੀਂ ਕਰਨਾ। ਮਹਾਰਾਜ ਹੱਸ ਰਹੇ ਤੇ ਭਾਈ ਬਾਲਾ ਜੀ ਵੀ ਵੇਖ ਰਹੇ ਗੁਰੂ ਨਾਨਕ ਦੇ ਕੌਤਕ। ਕਬੀਤ ਨੂਰ ਸ਼ਾਹ ਤੀ ਸਰਦਾਰ, ਤਿਸ ਦੇਸੋਂ ਕੀ ਪਈ ਸੁਧਤਾ ਕੋ ਕਿਨ ਜਾਈ ਕਹਿ ਬਖਿਆਨਾ। ਇਹ ਕਵਿਤ ਛੰਦ ਹੈ। ਕਵਿਤ ਦੀ ਸਾਰ ਜਿਹੜੀ ਲੈ ਦੇ ਨਾਲ ਬਿਲਕੁਲ ਸਹੀ ਚੱਲਣਾ ਹੈ। ਉਹ ਕਹਿੰਦੇ ਨੂਰ ਸ਼ਾਹ ਜਿਹੜੀ ਇਹਨਾਂ ਦੀ ਸਰਦਾਰ ਸੀ, ਇਸ ਦੇਸ਼ ਦੀ ਜਿਹੜੀ ਰਾਣੀ ਸੀ, ਉਹਦੇ ਕੋਲ ਰਾਜ ਸੀ, ਉਹਨੂੰ ਕਿਸੇ ਨੇ ਜਾ ਕੇ ਦੱਸਣਾ ਕੀਤਾ। ਚੇਟ ਕੀ ਫਕੀਰ ਇੱਕ ਆਇਓ ਹੈ ਨਗਰ, ਬੀਚ ਘਟਾ ਤੀ ਅਸੀਸ ਪੈ ਲਗਾਇਓ ਸਭ ਜਾਨਾ। ਇਸ ਤਰ੍ਹਾਂ ਦੀ ਗੱਲ ਬਣਦੀ ਭਾਈ। ਉਧਰੋਂ ਵੀ ਪੰਗਾ ਬਾਬੇ ਨਾਨਕਣਾ। ਇਹਦੀ ਲੈ ਹੈ ਚੇਟ ਕੀ ਫਕੀਰ ਇੱਕ ਆਇਓ ਹੈ ਨਗਰ, ਬੀਚ ਘਟਾ ਤੀ ਅਸੀਸ ਪੈ ਲਗਾਇਓ ਸਭ ਜਾਨੀਆਂ। ਇਸ ਲੈ ਦੇ ਵਿੱਚ ਇਹਨੂੰ ਕਵਿਤ ਨੂੰ ਪੜ੍ਹਨਾ ਹੈ। ਤੇ ਜਿਸ ਤਰ੍ਹਾਂ ਉਹ ਫਸੀ ਹੈ, ਇਹ ਪੜ੍ਹਨਾ ਕਿਹੜਾ ਸੌਖਾ। ਤਾਂ ਕਰਕੇ ਤੁਹਾਨੂੰ ਕਹੀਦਾ ਵੀ ਜਿਹੜੇ ਪੜ੍ਹਦੇ ਨਾ ਕਦਰ ਕਰਿਆ ਕਰੋ। ਕਹਿਣਾ ਸੌਖਾ ਵੀ ਗ੍ਰੰਥੀ ਵੇਲੇ ਰਹਿੰਦੇ, ਆਪ ਤੇ ਸੁਖਮਨੀ ਸਾਹਿਬ ਇੱਕ ਅਸ਼ਟਪਦੀ ਸੁਣ ਕੇ ਭੱਜ ਜਾਂਦੇ। ਜਿਹਨੇ 24 ਪੜ੍ਹਦੀਆਂ ਉਹ ਆਪ ਖੰਡ ਪਾਠ ਕਰਾ ਕੇ ਤੇ ਵੇਂਦੇ ਵੀ ਕਦੋਂ ਬਾਬਾ ਕਵੇ ਸਭਨਾ ਜੀਆਂ ਕਾ ਇੱਕ ਤੇ ਸੋ ਮੈਂ, ਤੇ ਬਾਬਾ ਜੀ ਦੇਗ ਦੇ ਦਿਓ ਹੈ। ਤੇ ਜਿੰਨੇ 2 ਘੰਟੇ ਰੌਲ ਲਾਉਣੀ ਆਪ 5 ਮਿੰਟ ਨਹੀਂ ਕੱਢਦੇ, ਤੇ ਜਿੰਨੇ 2 ਘੰਟੇ ਲਾਏ ਉਹਨੂੰ ਕਹਿਣਗੇ ਬਾਬਾ ਐਂ ਕਰਦਾ ਸੀ, ਬਾਬਾ ਉਤਰਾਂ ਕਰਦਾ ਸੀ। ਗੱਲਾਂ ਕਰਨੀਆਂ ਸੌਖੀਆਂ ਵਾ, ਜਾਂ ਤੇ ਫਿਰ ਨਾਲ ਹੋ ਕੇ ਬੈਠਿਆ ਕਰੋ, ਫਿਰ ਪਤਾ ਲੱਗੂ ਭਗਤੀ ਕੀ ਆ। ਹੁਣ ਆ ਸਿੰਘ ਚੌਰ ਦੀ ਸੇਵਾ ਕਰਦੇ, ਇਹਨਾਂ ਨੂੰ ਪੁੱਛ ਲਓ ਹੈ ਵੀ ਸੌਖਾ ਕਿਤੇ ਚੌਂਕੜਾ ਮਾਰਨਾ। ਸਭ ਤੋਂ ਵੱਡੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਲਿਆਲੀ ਸਾਹਿਬ ਵਾਲੇ ਮਹਾਂਪੁਰਖਾਂ ਦੀ ਯਾਦ ਆ ਗਈ ਅੱਜ। ਬਾਬਾ ਜੀ ਕਹਿੰਦੇ ਨੇ ਕਿਆ ਸਾਰਾ ਦਿਨ ਹਲ ਵਾਲਿਆ ਜ਼ਿਮੀਂਦਾਰ ਨੇ, ਤੇ ਕਿਆ 2 ਘੰਟੇ ਖੰਡ ਪਾਠ ਦੀ ਡਿਊਟੀ ਲਾਵੇ। ਤਾਂ ਕਰਕੇ ਪੁਰਾਣੇ ਰਸਤ ਵਸਤ ਲਿਆਉਂਦੇ ਸੀ, ਰਗੜਾ, ਗਿਰੀਆਂ, ਬਦਾਮ, ਕਹਿਣਾ ਸਮੁੰਦਰ ਲਿਆਓ ਪਾਠੀ ਸਿੰਘਾਂ ਦੀ ਸੇਵਾ। ਉਹਦੇ ਚਾਹ ਵੀ ਸੁੱਕੇ ਦੁੱਧ ਵਾਲੀ ਮਿਲਦੀ ਆ ਹੈ। ਉਹ ਵੀ ਜੇ ਕੋਈ ਚੰਗਾ ਲਾਂਗਰੀ ਹੋਇਆ ਤੇ ਭਾਵੇਂ ਇੱਜ਼ਤ ਕਰੇ ਵੀ ਬਾਬਾ ਜੀ ਆਏ ਨੇ, ਤੇ ਕਹਿਣਗੇ ਟੁੱਟੇ ਹੱਥ ਪਾਲੋ ਆਪੇ, ਉਹ ਡਰਮੀ 'ਚ ਪਈ ਹੈ। ਤੇ ਇਸ ਕਰਕੇ ਹਾਲਾਤ ਥੋੜ੍ਹੇ ਜਿਹੇ ਮਾੜੇ ਹੋ ਗਏ, ਸਮਾਂ ਬਦਲ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਉਸ ਸਰਦਾਰਨੀ ਨੂੰ ਪਤਾ ਲੱਗਾ ਵੀ ਤੇਰੇ ਇਸ ਰਾਜ ਵਿੱਚ ਇੱਕ ਫਕੀਰ ਆਇਆ ਜਿਹਦਾ ਨਾਂ ਹੈ ਨਾਨਕ ਸ਼ਾਹ। ਫਕੀਰ ਬੜਾ ਵੱਡਾ ਫਕੀਰ ਹੈ। ਮੰਤਰ ਨ ਜੰਤਰ ਨ ਤੰਤਰ ਚਲਤ ਕੋ, ਹਾਰੇ ਉਪਚਾਰ ਕਰ ਕਾਹੂ ਨਾ ਹਿਲਾਏ ਨਾ। ਕਹਿੰਦੇ ਉੱਥੇ ਜ਼ੋਰ ਲੱਗ ਗਿਆ ਤੰਤਰਾਂ ਮੰਤਰਾਂ ਦਾ, ਪੂਰੀ ਟੱਕਰ ਫਸਵੀਂ ਆ। ਪਰ ਤੇਰੀ ਜਿਹੜੀ ਇੱਕ ਬੱਚੀ ਹੈ
ਉਹਦੇ ਸਿਰ ਤੇ ਘੜਾ ਜੁੜ ਗਿਆ ਵਾ ਤੇ ਉਹ ਸਮਰੱਥ ਦੇ ਅੱਗੇ ਉਹ ਉਤਰ ਨਹੀਂ ਰਿਹਾ। ਜੈਸੇ ਸਿਆਇਰ ਸ਼ੇਰ ਕੋ ਪਪੀਲ ਕਾ ਸਮੀਰ ਕੋ ਉਪਾਏ ਤਿਸ ਸਮ ਐਸੀ ਬਿਠ ਠਾਏ ਨਾ। ਔਰ ਕਹਿੰਦੇ ਹਨ ਕਿ ਜੰਤਰ ਮੰਤਰ ਤੰਤਰ ਤੇ ਬੜੇ ਪਰ ਚੱਲਿਆ ਕੋਈ ਨਹੀਂ ਹੈ। ਜਿਵੇਂ ਕਹਿੰਦੇ ਗਿੱਦੜ ਦੇ ਸਾਹਮਣੇ ਸ਼ੇਰ ਦੀ ਕੋਈ ਪੇਸ਼ ਨਹੀਂ ਚੱਲਦੀ, ਸਮੇਰ ਪਰਬਤ ਤਰ੍ਹਾਂ ਇਸ ਤਰ੍ਹਾਂ ਬਾਬੇ ਨਾਨਕ ਦੇ ਅੱਗੇ ਕੋਈ ਮੰਤਰ ਜੰਤਰ ਤੰਤਰ ਨਹੀਂ ਜੇ ਚੱਲਦਾ। ਤੇ ਬਾਬੇ ਨਾਨਕ ਨੂੰ ਫੜਾਓ ਆਪਣਾ ਹੱਥ ਤੇ ਬਾਬੇ ਨੂੰ ਕਹੋ ਸਤਿਗੁਰੂ ਰੱਖੋ ਮੇਰੀ ਲਾਜ ਤੇ ਕਰੋ ਸਮਰੱਥ। ਸੱਚੇ ਪਾਤਸ਼ਾਹ ਨੂੰ ਆਪਣੇ ਹੱਥ ਫੜਾ ਦਿਓ, ਫਿਰ ਕੋਈ ਹੱਥ ਕਿਸੇ ਦੇ ਹੱਥ ਦੇਣ ਦੀ ਲੋੜ ਨਹੀਂ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਦੀ ਸਾਰੀ ਕਥਾ ਜਿਹੜੀ ਉਹਨਾਂ ਸਰਦਾਰਨੀ ਨੂੰ, ਉਸ ਰਾਣੀ ਨੂੰ ਜਿਹਦਾ ਨਾਂ ਹੈ ਨੂਰ ਸ਼ਾਹ, ਉਸ ਰਾਜੇ ਨੂੰ ਜਿਹੜਾ ਰਾਜ ਕਰ ਰਹੀ ਔਰਤ ਨੂੰ ਦੱਸਣਾ ਕੀਤਾ। ਸੁਣੀ ਜਬ ਰੋਸੀ ਤਬ ਤੇ ਅਟਿਕ ਜੋ ਸਭ ਟਾਮਨ ਕੀ ਬਿਦ ਮੈਂ ਸਜਾਨ ਜੇ ਉਜਾਏ ਨਾ। ਕਹਿੰਦੇ ਜਦੋਂ ਨੂਰ ਸ਼ਾਹ ਨੇ ਸੁਣਿਆ ਤੇ ਲਾਲ ਅੱਖਾਂ ਕੀਤੀਆਂ, ਬੜੇ ਗੁੱਸੇ ਦੇ ਵਿੱਚ ਸਾਰੀਆਂ ਬੀਬੀਆਂ ਜਿਹੜੀਆਂ ਉਹਦੀਆਂ ਸਹੇਲੀਆਂ ਸੀ, ਆਖੋ ਵਾਹਿਗੁਰੂ, ਜਿੱਦਾਂ ਤੁਹਾਡਾ ਨਾ ਬੀਬੀਆਂ ਦਾ ਇੱਕ ਦੂਜੇ ਨਾਲ ਪਿਆਰ, ਕੋਈ ਸੇਵਾ ਕਰਨੀ ਹੋਵੇ ਤੇ ਸਾਰਿਆਂ ਨੂੰ ਨਾ ਆ ਜਾਓ ਆਪਾਂ, ਇੱਦਾਂ ਹੀ ਕਹਿੰਦੇ ਉਹਨੇ ਜਿੰਨੀਆਂ ਉਹਦੀਆਂ ਸਹੇਲੀਆਂ ਸੀ ਲਾਗੇ ਪਿਆਰ ਸਾਰੀਆਂ ਨੂੰ ਕਿਹਾ ਜਾਓ ਫਕੀਰ ਨੂੰ ਧਰਤੀ ਦੇ ਵਿੱਚ ਦਫਨ ਕਰੋ, ਆਕਾਸ਼ 'ਚ ਉਡਾ ਦਿਓ। ਜਦੋਂ ਬੰਦਾ ਗੁੱਸੇ 'ਚ ਹੁੰਦਾ ਬੜਾ ਕੁਝ ਕਹਿ ਜਾਂਦਾ, ਉਹਨੂੰ ਗੁੱਸਾ ਆਇਆ, ਕਹਿੰਦੇ ਕਿਹੜਾ ਕਰਾਮਾਤੀ ਜਿਹੜਾ ਮੇਰੇ ਰਾਜ 'ਚ ਮੈਨੂੰ ਵੰਗਾਰੇ। ਇਹ ਨਹੀਂ ਸੀ ਪਤਾ ਵੀ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਗਿਆ। ਜਿੱਦਾਂ ਮਾਧੋ ਦਾਸ ਬਰਾਗੀ ਨੇ ਵੀਰ ਭੇਜੇ ਸੀ ਨਾ ਵੀ ਮੰਜਾ ਮੁੱਦਾ ਕਰ ਦਿਓ, ਇਹ ਨਹੀਂ ਪਤਾ ਉੱਤੇ ਗੁਰੂ ਗੋਬਿੰਦ ਸਿੰਘ ਬੈਠੇ ਆ। ਅੱਜ ਉਹਨੇ ਬੀਬੀਆਂ ਭੇਜੀਆਂ, ਕਹਿੰਦੀਆਂ ਜਿੰਨੇ ਟੂਣੇ ਚਤਰ ਜੋ ਵੀ ਤੁਹਾਡੇ ਕੋਲ ਮੰਤਰ ਸਾਰੇ ਦੇ ਸਾਰੇ ਪੜ੍ਹ ਦਿਓ। ਭੇਜੀ ਤਤਕਾਲ ਜਹ ਕੁੰਭ ਸੀਸ ਬਾਲ ਲਗੇ ਧਾਰਤ ਵਿਸਾਲ ਮਨ ਧਾਈ ਤੇ ਥਾਏ ਨਾ। ਔਰ ਕਹਿੰਦੇ ਉਹਨਾਂ ਨੇ ਫਿਰ ਉਡਾਰੀਆਂ ਭਰੀਆਂ, ਪਹੁੰਚਣਾ ਕੀਤਾ ਉੱਥੇ ਜਿੱਥੇ ਉਹ ਬੀਬੀ ਦੇ ਸਿਰ ਤੇ ਘੜਾ ਜੁੜਿਆ ਹੈ। ਢੋਲਕ ਬਜਾਏ ਕੋ ਕੰਧ ਕੋ ਭਜਾਏ ਚਲੀ ਕੋ ਨਿਜ ਬਦਨ ਤੇ ਅਗਨ ਬਮਾਈ ਨਾ। ਦੇਖੋ ਜੀ ਕਵੀ ਰਾਜ ਜੀ ਕਹਿੰਦੇ ਕੋ ਮਾੜੀਆਂ ਓਟ ਬੀਬੀਆਂ ਨਹੀਂ, ਸ਼ੁਕਰ ਆ ਕਿਤੇ ਤੁਹਾਡੇ 'ਚ ਕੋਈ ਇਦਾਂ ਦਾ ਨਹੀਂ ਤੇ ਔਖਾ ਹੀ ਆ। ਕਿੱਦਾਂ ਦੀਆਂ ਸੀ ਕਹਿੰਦੇ ਢੋਲਕ ਬਜਾਏ ਕੋ ਕੰਧ ਕੋ ਭਜਾਏ ਚਲੀ। ਕਹਿੰਦੇ ਜਿਹੜੀ ਕੰਧ ਤੇ ਬੈਠੀ ਸੀ ਉਹਨੇ ਕੰਧ ਹੀ ਭਜਾ ਲਈ। ਵੇਖੋ ਕਿਹੜੇ ਕਿਹੜਿਆਂ ਨਾਲ ਗੁਰੂ ਨਾਨਕ ਦਾ ਵਾਹ ਪਿਆ, ਇੰਨੀ ਤਕੜੀ ਪਾਵਰ ਸੀ ਉਹਨਾਂ ਕੋਲ। ਕੰਧ ਤੁਰ ਪੂ ਕਿਤੇ ਦੱਸੋ, ਪਰ ਜਿਹੜੀ ਕੰਧ ਤੇ ਵੀ ਸੀ ਕੰਧ ਸਿਣੇ ਉੱਡ ਤੁਰੀ। ਕਹਿੰਦੇ ਫਿਰ ਕੀ ਹੋਇਆ, ਕੰਧ ਕੋ ਭਜਾਏ ਚਲੀ ਕੋ ਨਿਜ ਬਦਨ। ਕੋਈ ਕਹਿੰਦੇ ਮੂੰਹ 'ਚੋਂ ਅੱਗ ਕੱਢਦੀ ਜਾ ਰਹੀ ਹੈ, ਜੇ ਕੋਈ ਇੱਥੇ ਆਇਆ ਤੇ ਸਾੜ ਦੂ। ਜਿੱਦਾਂ ਤੁਹਾਡੀ ਇੱਕ ਦੂਜੇ ਨਾਲ ਗੋਲੀ ਚੱਲਦੀ ਨਾ ਸੇਵਾ ਵਾਲਿਆਂ ਦੀ, ਤੇ ਜੇ ਕਿਤੇ ਇਦਾਂ ਦੀ ਕਰਾਮਾਤ ਹੋਵੇ ਤੇ ਭੱਜ ਜਿਹੜੇ ਰਾਹ ਨਹੀਂ ਲੱਭਣਾ। ਹਜੇ ਆਪਾਂ ਨੂੰ ਨੇ ਰੱਖਿਆ ਉੱਥੇਗਾ ਵੀ ਜਿਹੋ ਜਿਹੇ ਵਿੰਗੇ ਟੇਢੇ ਜਿਹੇ ਹੈਗੇ ਸਾੜ ਜਿਹਾ ਮਾਰ ਮੂਰ ਕੇ ਗੁਜ਼ਾਰਾ ਕਰ ਲਈਦਾ। ਜੇ ਗੁਰੂ ਅਰਜਨ ਸਾਹਿਬ ਕਿਤੇ ਸ਼ਕਤੀ ਦੇ ਦੇਣ ਤੇ ਮੈਂ ਕਹਿਣਾ ਸਾਰੇ ਸਵਾਹ ਹੋ ਜਾਣ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਦਇਆ ਇੱਕ ਦੂਜੇ ਤੋਂ ਬਚਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਦਾਂ ਹੀ ਸਜਾਵੇ। ਕਹਿੰਦੇ ਇੱਕ ਨੇ ਕੰਧ ਭਜਾ ਲਈ, ਦੂਜੀ ਮੂੰਹ 'ਚੋਂ ਅੱਗ ਕੱਢਦੀ ਹੋਈ ਮੇਰੇ ਨਾਨਕ ਵੱਲ ਨੂੰ ਜਾ ਰਹੀਆਂ ਹਨ। ਛੱਡ ਹੈ ਬੇਪਟ ਕੋ ਮ੍ਰਿਗ ਸ਼ਾਲਾ ਪਰ ਕੋ ਭੇਟੇ ਮੰਤਰਨ ਕੀ ਦੇਤ ਹੇਤ ਆਏ ਨਾ। ਔਰ ਕਹਿੰਦੇ ਹਨ ਕਿ ਕੋਈ ਜਿਹੜੀ ਹੈ ਉਹ ਰੁੱਖ ਤੇ ਚੜ੍ਹ ਗਈ, ਆਖੋ ਵਾਹਿਗੁਰੂ, ਰੁੱਖ ਉੱਡਿਆ ਜਾ ਰਿਹਾ, ਉੱਤੇ ਚੜ੍ਹ ਕੇ ਬੈਠੀ ਆਰਾਮ ਨਾਲ। ਕਹਿੰਦੇ ਕੋਈ ਮ੍ਰਿਗ ਸ਼ਾਲਾ ਭਾਵ ਜਿਹੜੀ ਚਾਦਰ ਤੇ ਜਿੱਦਾਂ ਬੈਠੇ ਆ ਨਾ, ਚਾਦਰ ਸਿਰੇ ਹੀ ਉੱਡ ਗਈ। ਕੈਸੀਆਂ ਉਹਨਾਂ ਕੋਲ ਤਾਕਤਾਂ ਹਨ। ਨਿਰੰਕਾਰ ਜੋਤੀ ਸਰੂਪ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ, ਕਰਮ ਚੰਗੇ ਇਹਨਾਂ ਦੇ ਭਾਵੇਂ ਚੰਗੀਆਂ ਮਾੜੀਆਂ ਗੁਰੂ ਨਾਨਕ ਦੇ ਦਰਸ਼ਨ ਤੇ ਹੋਣੇ ਆ। ਕਮ ਸੇ ਇਹਨੇ ਬਹਾਨੇ ਨਾਲ ਰੱਬ ਦੇ ਕੋਲ ਜਾਣਾ ਹੈ। ਦੋਹਰਾ ਲਿਖ ਹਾਰੀ ਜੰਤਰਨ ਸਬੈ ਮੰਤਰਨ ਪੜਤ ਵਿਸਾਲ। ਇਹਨੇ ਸਾਰੀਆਂ ਪਹੁੰਚ ਗਈਆਂ, ਰੁੱਖ ਵਾਲੀ ਵੀ ਪਹੁੰਚ ਗਈ, ਅੱਗ ਕੱਢਣ ਵਾਲੀ ਵੀ ਪਹੁੰਚ ਗਈ, ਕੰਧ ਤੇ ਚੜੀ ਉਹ ਵੀ ਪਹੁੰਚ ਗਈ, ਜਿਹੜੀ ਮ੍ਰਿਗਸ਼ਾਲਾ ਤੇ ਉਹ ਸਾਰੀਆਂ ਪਹੁੰਚ ਗਈਆਂ। ਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਮਰਦਾਨਿਆ ਹੁਣ ਤਕੜਾ ਹੋ ਜਾ, ਫੌਜ ਆ ਗਈ ਇਹਨਾਂ ਦੀ। ਇਸ ਕਰਕੇ ਉਹਨਾਂ ਨੇ ਪੂਰਾ ਯਤਨ ਕੀਤਾ। ਘਟਾ ਨਾ ਡੋਲਿਓ ਕਿਸੂ ਤੇ ਔਰ ਅਚਰਜ ਸਭ ਬਾਲ। ਪਹਿਲਾਂ ਉਹਨਾਂ ਸਲਾਹ ਕੀਤੀ ਇੱਕ ਦੂਜੀ ਨੂੰ, ਕਹਿੰਦੀਆਂ ਵੀ ਪਹਿਲਾਂ ਫਕੀਰ ਨੂੰ ਮਾਰਨਾ ਕਿ ਪਹਿਲਾਂ ਘੜਾ ਉਤਾਰਨਾ। ਕਹਿੰਦੀਆਂ ਆਪਣੀ ਭੈਣ ਆ, ਪਹਿਲਾਂ ਤਾਂ ਇਹਦਾ ਭਲਾ ਕਰੀਏ, ਇਹਦਾ ਘੜਾ ਲਾਈਏ, ਫਕੀਰ ਨੂੰ ਬਾਅਦ 'ਚ ਵੇਣੇ ਆ। ਫਿਰ ਉਹਨੇ ਆਪਣੀ ਸਾਰੀ ਸ਼ਕਤੀ ਪ੍ਰਯੋਗ ਕੀਤੀ। ਉਹ ਜਿਹੜਾ ਘੜਾ ਜੁੜਿਆ ਸੀ ਆਪਣੇ ਯਤਨਾਂ ਦੇ ਨਾਲ ਇਕੱਠੇ ਹੋ ਕੇ ਮੰਤਰ ਪੜ੍ਹਨਾ।
ਪਰ ਧੰਨ ਗੁਰੂ ਨਾਨਕ ਦੀ ਗੱਦੀ ਐਸੀ ਹੈ, ਜਾਹਰ ਪੀਰ ਜਗਤ ਗੁਰ ਬਾਬਾ। ਸਮਾਂ ਹੋ ਗਿਆ ਹੁਣ ਜੀ ਤੇ ਕਰਦਾ ਬਹੁਤ ਪ੍ਰਸੰਗ ਪਿਆਰਾ, ਪਰ ਤੁਹਾਡਾ ਵੀ ਖਿਆਲ ਰੱਖਣਾ ਨਾ, ਮੁੜ ਕੇ ਫਿਰ ਇਹਨਾਂ ਬਾਬੇ ਨੇ ਟਾਈਮ ਨਹੀਂ ਵੇਖਿਆ ਕੋ ਸਤਨਾਮ। ਮੈਨੂੰ ਤੇ ਚਾਹ ਹੁੰਦਾ ਸਗੋਂ ਤੁਹਾਨੂੰ ਸੁਣਾਉਣ ਦਾ, ਤੇ ਤੁਸੀਂ ਫਿਰ ਮੇਰੀ ਸ਼ਿਕਾਇਤ ਵੀ ਲਾ ਦਿੰਦੇ ਆ ਵੀ ਇਹ ਟਾਈਮ ਨਹੀਂ ਵੇਖਦੇ, ਤੇ ਮੈਂ ਤਾਂ ਹੀ ਵੇਖ ਲੈਂਦਾ ਭਾਈ। ਇਸ ਕਰਕੇ ਸਾਰੀ ਸੰਗਤ ਨੂੰ ਜੀ ਆਇਆ ਭਾਈ। ਹੱਸੋ ਖੇਡੋ ਬਾਣੀ ਪੜੋ, ਮਹਾਰਾਜ ਦੀ ਵਾਰ-ਵਾਰ ਬਾਣੀ 'ਚ ਇੱਕੋ ਹੀ ਗੱਲ ਆਈ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇ। ਪਿਆਰ ਤੋਂ ਵੱਡੀ ਚੀਜ਼ ਕੋਈ ਨਹੀਂ। ਬਾਬੇ ਫਰੀਦ ਸਾਹਿਬ ਜੀ 297 ਸਾਲ ਬਾਬੇ ਨਾਨਕ ਤੋਂ ਪਹਿਲਾਂ ਆਏ, ਅੱਜ ਉਸ ਮਹਾਂਪੁਰਖ ਨੂੰ 800 ਸਾਲ ਹੋ ਗਿਆ, ਤੇ ਉਹਨਾਂ ਨੇ ਵੀ ਇਹ ਸਿੱਧ ਕੀਤਾ ਵਾ ਵੀ ਫਰੀਦਾ ਬੁਰੇ ਦਾ ਗੁੱਸਾ ਗਾਸਾ ਨਾ ਕੋਲੇ ਰੱਖਿਆ ਕਰੋ। ਆ ਗੁਰੂ ਕੋਲ ਕਹਿੰਦੇ ਆਪਣਾ ਤਾਂ ਇਦਾਂ ਦਾ ਹਿਰਦਾ ਵੀ ਜਿੰਨਾ ਚਿਰ ਕਿਸੇ ਨਾਲ ਸਲਾਮਤੀ ਨਾ ਹੋ ਜੇ, ਉਹਨਾਂ ਚਿਰ ਨੀਂਦ ਨਹੀਂ ਆਉਂਦੀ। ਪਤਾ ਨਹੀਂ ਕਈ ਬੰਦੇ ਮੈਂ ਵੇਖੇ ਉਹ 4-4 5-5 ਸਾਲ ਬਾਅਦ ਵੀ ਗੱਲ ਨਹੀਂ ਭੁਲਾਉਂਦੇ, ਉਹ ਅੰਦਰ ਹੀ ਰਿੱਝਦੇ ਰਹਿੰਦੇ ਮਾਰੇ, ਕਹਿੰਦੇ ਬਿਮਾਰੀ ਲੱਗ ਜੂ ਤੁਹਾਨੂੰ। ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਬੱਲੇ ਸਭ ਕੁਛ ਪਾਏ। ਸੋ ਮਹਾਰਾਜ ਤੁਹਾਡੀ ਯਾਤਰਾ ਸਫਲ ਕਰਨਾ। ਸਾਰੀ ਸੰਗਤ ਨੂੰ ਜੀ ਆਇਆਂ। ਬਹੁਤ ਸੋਹਣਾ ਮਹੀਨਾ ਆਰੰਭ ਹੋਇਆ ਆਪਣਾ, ਸਤਿਗੁਰੂ ਅਗੇ ਅਰਦਾਸ ਕਰਿਓ ਸਾਰਾ ਮਹੀਨਾ ਇੱਦਾਂ ਹੀ ਰਵੇ। ਸਵੇਰੇ ਅੰਮ੍ਰਿਤ ਵੇਲੇ ਲੋਹੀਆਂ ਖਾਸ ਤੋਂ ਪ੍ਰਭਾਤ ਫੇਰੀ ਆਪਣੇ ਕੋਲ ਪਹੁੰਚਣੀ ਹੈ 5 ਵਜੇ। ਗੁਰੂ ਦੀਆਂ ਸੰਗਤਾਂ ਦੇ ਉਪਰਾਲੇ ਨਾਲ ਜਲ ਪਾਣੀ ਉਹਨਾਂ ਨੂੰ ਛਕਾਉਣਾ ਹੈ। ਤੁਸੀਂ ਵੀ ਸੰਗਤਾਂ ਹੱਲੇ ਨਾਲ ਜਿੰਨੇ ਦਿਨ ਜੋੜ ਮੇਲਾ ਹੈ ਥੋੜ੍ਹਾ ਜਿਹਾ ਪਹਿਲੋਂ ਆ ਜਾਇਆ ਕਰੋ। ਇਸੇ ਤਰ੍ਹਾਂ ਜਿੱਥੇ ਵੀ ਸੇਵਾ ਮਿਲਦੀ ਸਫਾਈ ਕਰਨ ਵਾਲੀ ਆ ਉਹ ਕਰ ਲਿਆ ਕਰੋ। ਜੋ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਰਸਤਾ ਜਿਹੜਾ ਮੇਨ ਸੜਕ ਤੋਂ ਆਉਂਦਾ, ਉੱਥੇ ਵੇਖ ਲਓ ਕਿਤੇ ਟੋਆ ਟਵਾ ਉਹ 'ਚ ਮਿੱਟੀ ਪਾ ਦਿਓ। ਜਿੱਥੇ ਜਿੰਨੀ ਕੁ ਜੋਗੇ ਉਹਨਾਂ ਕੁ ਜ਼ਰੂਰ ਕਰਿਓ। ਨਦੀ ਨਾਮ ਸੰਜੋਗੇ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ। ਫਿਰ ਸੰਕਟ ਜੋ ਨਗਰ ਬਣਾਇਓ, ਫਿਰ ਸੰਕਟ ਜੋ ਨਗਰ ਬਣਾਇਓ, ਫਿਰ ਸੰਕਟ ਜੋ ਨਗਰ ਬਣਾਇਓ, ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਆਸ਼ਾ ਕਿਰਪਾ ਕਰਨਾ। ਅੱਜ ਦੀ ਸੇਵਾ ਅਤੀ ਸਤਿਕਾਰਯੋਗ ਬਾਪੂ ਗੁਰਮੁਖ ਸਿੰਘ ਜੀ, ਜਿਨ੍ਹਾਂ ਦਾ ਨਾਮ ਹੀ ਗੁਰਮੁਖ ਸੱਚੀ ਗੁਰਮੁਖ ਹੈ। ਮਾਤਾ ਸੁੰਦਰ ਕੌਰ ਜੰਦੀ ਵਾਸੀ ਬਖਸ਼ੀਆਂ ਹੋਈਆਂ ਭਾਈ ਗੁਰਦਿਆਲ ਸਿੰਘ ਦੋਨਾਂ ਪਰਿਵਾਰਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੇ, ਝੋਲੀਆਂ ਭਰੇ। ਕੱਲ੍ਹ ਦੀ ਸੇਵਾ ਭਾਈ ਲਖਵੀਰ ਸਿੰਘ ਜੀ ਵਾਲਾ ਜੀ ਦੀ, ਉਹਨਾਂ ਦੇ ਪਰਿਵਾਰ ਦੀ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਜਿਹੜੀਆਂ ਸੰਗਤਾਂ ਨੇ ਇਹਦੇ ਨਾਮ ਨਹੀਂ ਲਿਖਾਏ, ਨਾਮ ਜ਼ਰੂਰ ਲਿਖਾ ਦਿਓ। ਸਤਿਗੁਰੂ ਮਹਾਰਾਜ ਕਿਰਪਾ ਕਰਨਾ। ਆਪ ਸੰਗਤਾਂ ਦੀ ਕਿਰਪਾ ਹੋਗੀ। 4 ਅਖੰਡ ਪਾਠ ਸਾਹਿਬ ਦੇ ਯਾਦਾਂ ਕੋਸ਼ਿਸ਼ ਚ ਹੋਏ। ਮੈਂ ਪਰਸੋਂ ਭੁਲੇਖੇ ਨਾਲ ਕਹਿ ਬੈਠਾ ਸੀ 18 ਤਰੀਕ ਤੋਂ, ਪਰ ਹੈਗੇ 20 ਤੋਂ ਸੀ। ਕੱਲ ਫਿਰ ਫੈਕਟਰੀ ਸਾਹਿਬ ਉਹਨਾਂ ਨੇ ਭਾਈ ਮਨਮੋਹਨ ਸਿੰਘ ਜੀ ਦੇ ਮਾਇਆ ਹੋ ਰਹੀ ਹੈ, ਇਸ ਕਰਕੇ ਹਮਾਰੇ ਨੇ ਘਰ ਦੇ ਰੱਖਦੇ ਸਵੇਰੇ 10:30 ਤੇ ਯਾਦਾਂ ਕੋਸ਼ਿਸ਼ ਚ ਪਹਿਲਾ ਖੰਡ ਦਾ ਆਰੰਭ ਹੋਣਾ। ਇਹ ਸਾਰੀ ਸੰਗਤ ਕੋਸ਼ਿਸ਼ ਕਰਿਓ ਸਮਾਂ ਕੱਢ ਕੇ। ਇਹ ਤੇ ਸਵੇਰੇ ਅੰਮ੍ਰਿਤ ਵੇਲੇ ਤਾਂ ਜ਼ਰੂਰ ਆਇਓ। ਪ੍ਰਕਾਸ਼ ਹੁੰਦਾ 5 ਵਜੇ। ਨਾਲੇ ਸੰਗਤਾਂ ਨੂੰ ਜਲ ਪਾਣੀ ਛਕਾਇਓ, ਨਾਲੇ ਆਪ ਛਕਿਓ। ਮਹਾਰਾਜ ਸਾਹਿਬ ਦੀ ਯਾਤਰਾ ਸਫਲ ਕਰਨ। ਨਾਨਕ ਨਾਮ